ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਸ਼੍ਰੀ ਹਰਿ ਗੋਬਿੰਦ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਨਾਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਮਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਧਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਦੋਹਰਾ वर्णाश्रम की पंक्ता पृथक पृथक बैठाए सादर देत आहार को नीर पृथक कर पाए। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਹਾਂ ਜਦੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਖਾਲਸਾ ਪੰਥ ਨੂੰ ਸਿੱਖੀ ਦੀ ਵਾਗਡੋਰ ਸੰਭਾਲ ਕਰਕੇ ਪੰਜ ਪਿਆਰਿਆਂ ਦੀ ਸਾਜਨਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਦੇ ਕਰਕੇ ਤੇ ਅਲੋਪ ਹੋਣ ਦੀਆਂ ਤਿਆਰੀਆਂ ਕਰ ਰਹੇ ਆ। ਤਾਂ ਗੁਰੂ ਪਿਆਰਿਓ, ਪਿਛਲੇ ਦਿਨੀ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਕਿਹਾ ਕਿ ਇੱਕ ਵੱਡਾ ਜੱਗ ਕੀਤਾ ਜਾਵੇ। ਜੱਗ ਦਾ ਇੰਤਜ਼ਾਮ ਕੀਤਾ ਗਿਆ, ਲੰਗਰ ਮਠਿਆਈਆਂ ਕੜਾਹ ਪ੍ਰਸ਼ਾਦ ਬਹੁਤ ਕੁਝ ਤਿਆਰ ਕੀਤਾ ਤੇ ਫਿਰ ਉਹ ਵਰਤਾਉਣਾ ਕੀਤਾ। ਫਿਰ ਪਾਤਸ਼ਾਹ ਜੀ ਸਿੰਘਾਂ ਨੂੰ ਉਪਦੇਸ਼ ਦੇਣਾ ਸ਼ੁਰੂ ਕੀਤਾ, ਬ੍ਰਹਮ ਗਿਆਨ ਪਰਥਾਏ। ਕਿਉਂਕਿ ਸਿੰਘ ਬਰਾਗ ਕਰਨ ਲੱਗੇ, ਮਹਾਰਾਜ ਤੁਹਾਡੇ ਤੋਂ ਬਗੈਰ ਸਾਡਾ ਕੌਣ ਹੈ, ਤੁਸੀਂ ਸਾਨੂੰ ਛੱਡ ਕੇ ਜਾ ਰਹੇ ਹੋ, ਸਾਡਾ ਕੀ ਬਣੂਗਾ, ਅਸੀਂ ਕੀ ਕਰਾਂਗੇ। ਇਹ ਉਪਦੇਸ਼ ਆਪਾਂ ਪਿਛਲੇ ਦਿਨੀ ਸਰਵਣ ਕਰ ਰਹੇ ਸੀ। ਆਓ ਰਹਿੰਦੀਆਂ ਵਿਚਾਰਾਂ ਸਤਿਗੁਰਾਂ ਦੀਆਂ ਆਪਾਂ ਅੱਜ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ वाहिगुरु जी की फतेह। ਦੋਹਰਾ वर्णाश्रम की पंक्ता पृथक पृथक बैठाए। ਇਸ ਤਰ੍ਹਾਂ ਸਿੰਘਾਂ ਨੇ ਸਾਰੇ ਆਸੇ-ਪਾਸੇ ਤੱਕ ਦੂਰ ਤੱਕ ਸੱਦੇ ਦਿੱਤੇ ਅਤੇ ਹਰ ਤਰ੍ਹਾਂ ਦੇ ਲੋਕ ਪਹੁੰਚੇ ਔਰ ਲੰਗਰ ਤਿਆਰ ਹੋ ਗਿਆ ਤੇ ਪੰਗਤਾਂ ਲਵਾ ਦਿੱਤੀਆਂ ਜੀ। सादर देत आहार को नीर पृथक कर पाए। ਪਹਿਲਾਂ ਸਾਰਿਆਂ ਨੂੰ ਜਲ ਵਰਤਾਇਆ ਗਿਆ, ਪਾਣੀ ਵਰਤਾਇਆ ਗਿਆ ਤੇ ਫਿਰ ਲੰਗਰ ਵਰਤਾਉਣਾ ਸ਼ੁਰੂ ਕੀਤਾ ਬੜੇ ਸਤਿਕਾਰ ਪਿਆਰ ਦੇ ਨਾਲ। पूर्व पंचामृत बरतायो देत शीघ्रता सबहन पायो। ਪਹਿਲਾਂ ਸਾਰੀਆਂ ਪੰਗਤਾਂ ਵਿੱਚ ਗੁਰੂ ਕਾ ਬਖਸ਼ਿਆ ਕੜਾਹ ਪ੍ਰਸ਼ਾਦ ਜੋ ਹੈ ਉਹ ਵਰਤਾਉਣਾ ਕੀਤਾ। ਪੰਚਾਮ੍ਰਿਤ ਕੜਾਹ ਪ੍ਰਸ਼ਾਦ
ਬੜੀ ਤੇਜ਼ੀ ਦੇ ਨਾਲ ਸਾਰਿਆਂ ਤੱਕ ਪਹੁੰਚਾ ਦਿੱਤਾ ਹੈ ਜੀ। ਧੂਪ ਪੂਰੀ ਕਾ ਪੁੰਜ ਕਚੌਰੀ ਬੜੇ ਪਕੌੜੇ ਸਭ ਦੇ ਠੌਰੇ। ਫੇਰ ਪੂੜੇ ਪੂੜੀਆਂ ਕਚੌਰੀਆਂ ਬੜੇ ਪਕੌੜੇ ਦਾਲ ਸਬਜ਼ੀਆਂ ਆਦਿ ਲੰਗਰ ਜਿਹੜਾ ਹੈ ਵਰਤਾਉਣਾ ਸ਼ੁਰੂ ਕੀਤਾ ਹੈ ਸੇਵਾਦਾਰਾਂ ਨੇ। ਅਤ ਸਵਾਦਨ ਗੁਰ ਜਗ ਆਹਾਰਾ ਅਚੇ ਸਰਾਹੇ ਵਿਵਧ ਪਕਾਰਾ। ਔਰ ਸਾਰੀਆਂ ਸੰਗਤਾਂ ਜਿਹੜੀਆਂ ਭੋਜਨ ਨੂੰ ਛਕ ਕਰਕੇ ਗੁਰੂ ਪਿਆਰਿਓ ਗੁਰੂ ਕੇ ਲੰਗਰ ਦੀ ਬੜੀ ਸਲਾਹਤਾ ਕਰਦੀਆਂ। ਬੜਾ ਸਵਾਦਲਾ ਭੋਜਨ ਬਣਿਆ ਹੈ ਜੀ। ਰੁਚ ਅਨੁਸਾਰ ਅਗਰ ਸਭ ਤਰੈ ਤ੍ਰਿਪਤ ਭਏ ਕੀ ਖੈ ਭੂ ਕਰੈ। ਰੁਚੀ ਮੁਤਾਬਕ ਜਿੰਨੀ ਕਿਸੇ ਨੂੰ ਲੋੜ ਹੈ ਸਾਰਿਆਂ ਨੂੰ ਜੋ ਮੰਗਦੇ ਹਨ ਵਰਤਾਇਆ ਜਾਂਦਾ ਹੈ। ਫਿਰੈ ਸ਼ੀਘਰ ਤੇ ਪ੍ਰੋਸਨ ਹਾਰੇ ਲਿਹੋ ਲਿਹੋ ਸਭ ਹੂਨ ਉਚਾਰੇ। ਪਰੋਸਨ ਹਾਰੇ ਭਾਵ ਵਰਤਾਵੇ ਵਰਤਾਉਣ ਵਾਲੇ ਸੇਵਾਦਾਰ ਲੰਗਰੀ ਸਿੰਘ ਉਹ ਸਾਰਿਆਂ ਨੂੰ ਬੜੇ ਪਿਆਰ ਨਾਲ ਪੁੱਛ ਰਹੇ ਹਨ ਹੋਰ ਲਓ ਭਾਈ ਹੋਰ ਲਓ, ਤੇ ਜਿਨ੍ਹਾਂ ਨੂੰ ਲੋੜ ਹੈ ਜੋ ਚਾਹੀਦਾ ਪ੍ਰਾਪਤ ਕਰਦੇ ਹਨ। ਮਨ ਭਾਵਤ ਕੋ ਭੋਜਨ ਦੀਨ ਆਛੀ ਰੀਤ ਅਚਵਨ ਕੀਨ। ਔਰ ਸਾਰਿਆਂ ਨੂੰ ਮਨ ਭਾਵਤ ਜੋ ਕਿਸੇ ਨੇ ਚਾਹਿਆ ਉਸ ਨੂੰ ਉਹ ਦਿੱਤਾ ਗਿਆ। ਔਰ ਸਭ ਨੇ ਬੜੇ ਸਤਿਕਾਰ ਪਿਆਰ ਦੇ ਨਾਲ ਭੋਜਨ ਛਕਣਾ ਕੀਤਾ ਹੈ। ਸਵਾਦ ਪਾਏ ਸਭ ਹੂਨ ਸਰਾਹੈ ਪਾਨ ਖਪਾਰੇ ਤ੍ਰਿਪਤੀ ਪਾਹੈ। ਔਰ ਸਾਰਿਆਂ ਨੇ ਭੋਜਨ ਛਕ ਕੇ ਪਰਮੇਸ਼ਰ ਦਾ ਸ਼ੁਕਰੀਆ ਕੀਤਾ ਔਰ ਗੁਰੂ ਕੇ ਲੰਗਰ ਦੀ ਸਲਾਹਤਾ ਕੀਤੀ। ਪਾਨ ਪਖਾਰੈ ਫਿਰ ਹੱਥ ਧੋਤੇ ਤ੍ਰਿਪਤੀ ਰੱਜ ਕਰਕੇ ਉੱਠ ਖੜੇ ਜੀ। ਸੋ ਜਸ ਕਰਤ ਗੁਰ ਕੋ ਲਹਿ ਦਰਸ਼ਨ ਕਦਮ ਪਦਮ ਕੋ ਹਾਥ ਸਪਰਸ਼ਨ। ਔਰ ਫਿਰ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਆ, ਉਹਨਾਂ ਦੇ ਚਰਨਾਂ ਤੇ ਸੀਸ ਧਰ ਕੇ ਮੱਥਾ ਟੇਕਦੇ ਹਨ, ਉਹਨਾਂ ਦੇ ਚਰਨ ਪਰਸਦੇ ਹਨ। ਆਪ ਆਪਨੇ ਥਾਨ ਪਧਾਰੇ ਸੋ ਦਿਨ ਬੀਤਿਓ ਦੇਤ ਆਹਾਰੇ। ਔਰ ਅੱਜ ਸਾਰਾ ਦਿਨ ਇਹ ਜਗ ਚੱਲਦਾ ਰਿਹਾ, ਬ੍ਰਹਮ ਭੋਜ ਲੰਗਰ ਚੱਲਦਾ ਰਿਹਾ ਸਾਰਾ ਦਿਨ। ਔਰ ਫਿਰ ਆਪੋ ਆਪਣੇ ਅਸਥਾਨਾਂ ਤੇ ਵਿਰਾਜਮਾਨ ਹੋ ਗਏ, ਭਾਵ ਰਾਤ ਪੈ ਗਈ, ਆਰਾਮ ਕਰਦੇ ਹਨ। ਸਭ ਕੇ ਸੰਗ ਭਨੀ ਗੁਰਬਾਨੀ ਸਿਮਰੋ ਪਰਮੇਸ਼ਰ ਗੁਣ ਖਾਨੀ। ਔਰ ਸਾਰਿਆਂ ਨੂੰ ਸਤਿਗੁਰ ਕਹਿ ਰਹੇ ਹਨ ਭਾਈ ਬੈਠ ਕੇ ਭਜਨ ਕਰੋ, ਹੁਣ ਸਿਮਰਨ ਕਰੋ, ਗੁਰਬਾਣੀ ਦਾ ਜਾਪ ਕਰੋ। ਰਾਤ ਪੰਚਮੀ ਸੁਰ ਗੁਰਵਾਰ ਦਿਵਸ ਭਰੋ ਉਰ ਲੀਨ ਵਿਚਾਰ। ਔਰ ਗੁਰੂ ਪਿਆਰਿਓ ਮੱਸਿਆ ਤੋਂ ਬਾਅਦ ਪੰਜਵੀਂ ਤਿਥ ਆਈ ਹੈ ਤੇ ਗੁਰਵਾਰ ਕਹਿੰਦੇ ਆ ਵੀਰਵਾਰ ਨੂੰ। ਵੀਰਵਾਰ ਦਾ ਦਿਨ ਚੜ੍ਹਿਆ ਹੈ ਔਰ ਹੋਏ ਤਿਆਰੀ ਹਮਰੀ ਪਰਲੋਕ ਧਰੋ ਆਨੰਦ ਨ ਕੀਜੈ ਸ਼ੋਕ। ਔਰ ਪੰਜਵੇਂ ਦਿਨ ਪੰਜਵੀਂ ਤਿਥ ਵੀਰਵਾਰ ਦੇ ਦਿਨ ਤੜਕੇ ਦਿਨ ਚੜ੍ਹਿਆ ਸਿੰਘ ਫਿਰ ਸਤਿਗੁਰਾਂ ਦੇ ਕੋਲ ਆ ਗਏ। ਵੈਸੇ ਸੌਣ ਨੂੰ ਜੀ ਵੀ ਕਿਹਦਾ ਕਰਦਾ ਸੀਗਾ, ਪਤਾ ਸੀ ਕਿ ਇਹ ਜਿਹੜੇ ਸੁੰਦਰ ਦਰਸ਼ਨ ਹੈ ਇਹ ਸਾਨੂੰ ਫੇਰ ਨਹੀਂ ਹੋਣੇ। ਇਸ ਕਰਕੇ ਤੜਕੇ ਦਿਨ ਚੜ੍ਹਦੇ ਨਾਲ ਫਿਰ ਸਾਰੀਆਂ ਸੰਗਤਾਂ ਇਕੱਠੀਆਂ ਹੋਈਆਂ। ਪਾਤਸ਼ਾਹ ਕਹਿੰਦੇ ਲਓ ਵੀ ਸਿੰਘੋ ਹੁਣ ਸਾਡੀ ਤਿਆਰੀ ਹੈ, ਅਸੀਂ ਪਰਲੋਕ ਗਵਨ ਕਰਨਾ ਹੈ ਜੀ। ਜਾਗਰਣ ਕਰੋ ਜਪੋ ਗੁਰਬਾਣੀ ਸੰਚ ਲਿਓ ਸਭ ਸੋਚ ਮਹਾਨੀ। ਔਰ ਸਾਰਾ ਸਮਾਨ ਇਕੱਠਾ ਕਰ ਲਓ, ਸਾਡੇ ਅਲੋਪ ਹੋਣ ਦਾ ਪਰਲੋਕ ਜਾਣ ਦਾ ਸਾਰਾ ਸਮਾਨ ਇਕੱਠਾ ਕਰ ਲਓ। ਜਾਗਦੇ ਰਹੋ, ਸੁਚੇਤ ਰਹੋ। ਦੂਸਰਾ ਅਰਥ ਇਹ ਵੀ ਹੈ ਕਿ ਪਰਮੇਸ਼ਰ ਦੇ ਦਰ ਤੇ ਜਾਣ ਵਾਲੀ ਸੌਜ ਪਰਮੇਸ਼ਰ ਦਾ ਨਾਮ ਇਕੱਠਾ ਕਰੋ। ਚੰਦਨ ਆਦ ਸ਼ਕਲ ਹੀ ਲਿਆਏ ਕਿਧੋ ਨਹੀਂ ਸੁਧ ਦੇਹੋ ਬਤਾਏ। ਔਰ ਜਿਹੜੇ ਸਿੰਘਾਂ ਦੀ ਡਿਊਟੀ ਲਾਈ ਹੈ, ਮੁਖੀਆਂ ਦੀ, ਲੱਖਾ ਸਿੰਘ, ਸੰਤੋਖ ਸਿੰਘ ਆਦਿ, ਇਹਨਾਂ ਸਿੰਘਾਂ ਨੂੰ ਪੁੱਛਦੇ ਆ ਬਈ ਚੰਦਨ ਆ ਗਿਆ ਹੈ, ਚੰਦਨ ਦੀ ਲੱਕੜ ਆ ਗਈ ਕਿ ਨਹੀਂ। ਸੁਨ ਸੰਤੋਖ ਸਿੰਘ ਸੁਧ ਲੀਨ ਜੈ ਕਹਿ ਫਿਰ ਕਰ ਹੀਰਨ ਕੀਨ। ਔਰ ਭਾਈ ਸੰਤੋਖ ਸਿੰਘ ਨੇ ਉਸੇ ਵੇਲੇ ਸਾਰੀਆਂ ਤਿਆਰੀਆਂ ਵੇਖੀਆਂ, ਨਾਲੇ ਵਰਾ ਕਰਦੇ ਫਿਰਦੇ ਆ ਸਿੰਘ ਤੇ ਨਾਲੇ ਦੱਸਦੇ ਫਿਰਦੇ ਆ, ਕਿਉਂਕਿ ਪਾਤਸ਼ਾਹ ਦਾ ਭਾਣਾ ਤੇ ਹੁਕਮ ਜਿਹੜਾ ਮੰਨਣਾ ਪੈਣਾ ਸਿੰਘਾਂ ਨੂੰ। ਇਸ ਕਰਕੇ ਭਾਵੇਂ ਕਿ ਚਿੱਤ ਨਹੀਂ ਕਹਿੰਦਾ, ਦਿਲ ਨਹੀਂ ਕਹਿੰਦਾ ਕਿ ਪਾਤਸ਼ਾਹ ਸਾਥੋਂ ਦੂਰ ਹੋ ਜਾਣ, ਪਰ ਸਤਿਗੁਰ ਨੇ ਸਾਨੂੰ ਭਾਣਾ ਮੰਨਣਾ ਸਿਖਾਇਆ। ਤੇਰਾ ਭਾਣਾ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ।
ਸੰਤੋਖ ਸਿੰਘ ਸਾਰੀਆਂ ਤਿਆਰੀਆਂ ਵੇਖ ਕੇ ਕਹਿੰਦਾ, ਜੋ ਜੋ ਵਸਤ ਪਹੁੰਚੀ ਆਏ, ਕਰੀ ਨਿਵੇਦਨ ਗੁਰ ਡਿਗ ਜਾਏ। ਮਹਾਰਾਜ ਫਲਾਨੀ ਫਲਾਨੀ ਵਸਤੂ ਆ ਗਈ ਹੈ, ਚੰਦਨ ਵੀ ਆ ਗਿਆ, ਸੌਵਣ ਪੱਕਾ, ਹੋਰ ਵਸਤੂਆਂ ਵੀ ਪਹੁੰਚ ਗਈਆਂ ਜੀ। ਪ੍ਰਭ ਜੀ ਸੋ ਮਨ ਚੰਦਨ ਆਇਓ, ਅਤਰ ਗੁਲਾਬ ਧਰਿਓ ਸਮੁਦਾਇਓ। ਸੈਂਟ ਵੀ ਲਿਆਂਦੇ ਗਏ ਹਨ, ਅਤਰ ਫਲੇਲ ਉਦੋਂ ਹੱਥੀਂ ਬਣਿਆ ਕਰਦਾ ਸੀ ਅਤਰ ਫਲੇਲ, ਤਾਂ ਕਹਿੰਦੇ ਉਹਨੂੰ ਸੈਂਟ ਕਹਿੰਦੇ ਹਨ। ਆਪਾਂ ਅੱਜ ਕੱਲ੍ਹ ਕਹਿੰਦੇ ਬਹੁਤ ਸਾਰਾ ਗੁਲਾਬ ਅਤਰ ਫਲੇਲ ਲਿਆਂਦਾ ਕੀਤਾ ਹੈ, ਔਰ 100 ਮਣ ਪੱਕੀ ਚੰਦਨ ਦੀ ਲੱਕੜ ਵੀ ਮੰਗਾਉਣੀ ਕੀਤੀ ਜੀ। ਸੂਖਮ ਚੀਰ ਮੋਲ ਬਹੁ ਕੇਰਾ, ਸਭ ਨਾਰ ਸਿਵਤ ਇਸ ਬੇਰਾ। ਔਰ ਜਿਹੜੇ ਸਤਿਗੁਰੂ ਪਾਤਸ਼ਾਹ ਜੀ ਦੇ ਵਸਤਰ ਬਣਾਉਣੇ ਹਨ ਸੂਖਮ ਬੜੇ ਬਰੀਕ, ਉਹ ਸੂਖਮ ਵਸਤਰ ਜਿਹੜੇ ਹਨ ਉਹ ਵੀ ਲਿਆਂਦੇ ਗਏ, ਔਰ ਟੇਲਰ ਦਰਜੀ ਜਿਹੜਾ ਹੈ ਬਣਾਉਣ ਵਾਸਤੇ ਲਾਉਣਾ ਕੀਤਾ ਹੈ ਜੀ। ਰਾਤ ਹੋਤ ਲਗ ਪੌਸ਼ਿਸ ਸਾਰੀ, ਬਨਹਿ ਨਵੀਨ ਆਪ ਕੀ ਤਿਆਰੀ। ਮਹਾਰਾਜ ਤੁਹਾਡੀ ਪੋਸ਼ਾਕ ਵੀ ਬਣਾਈ ਜਾ ਰਹੀ ਹੈ, ਦਰਜੀ ਲੱਗਿਆ ਪਿਆ, ਤੜਕੇ ਤੱਕ ਸਾਰੀ ਤਿਆਰ ਹੋ ਜਾਵੇਗੀ। ਹਾਰ ਕੁਸ਼ਾ ਕੋ ਆਨ ਤਰਾਇਓ, ਜਬ ਤਿਲ ਕ੍ਰਿਤ ਕੋ ਪੁੰਜ ਅਨਾਇਓ। ਹਰੇ ਘਾਹ ਦੀ ਪੰਡ ਵੀ ਲਿਆਂਦੀ ਹੈ ਮਹਾਰਾਜ, ਹਰਾ ਘਾਹ ਵੀ ਲਿਆਂਦਾ ਹੈ, ਔਰ ਅੱਗ ਨੂੰ ਤੇਜ਼ ਕਰਨ ਵਾਸਤੇ ਉਹਦੇ ਵਿੱਚ ਦੇਸੀ ਘਿਓ ਤਿਲ ਆਦਿ ਪਾਏ ਜਾਂਦੇ ਹਨ, ਇਹ ਵੀ ਲੈ ਆਂਦਾ ਹੈ ਜੀ। ਇਤਿਆਦਿਕ ਸਭ ਵਸਤ ਬਤਾਈ, ਦੀਪ ਮਾਲ ਜਹ ਕਹਿ ਕਰਵਾਈ। ਪਾਤਸ਼ਾਹ ਕਹਿੰਦੇ ਐਦਾਂ ਕਰਨਾ ਹੈ ਕਿ ਤੁਸੀਂ ਸਾਰੇ ਨੰਦੇੜ ਸਾਹਿਬ ਨਗਰ ਦੇ ਵਿੱਚ ਦੀਵਾਲੀ ਵਾਂਗੂ ਦੀਪਮਾਲਾ ਕਰਨੀ ਹੈ। ਪੌਰ ਪੌਰ ਪਰ ਘਰ ਘਰ ਭਰ ਧਰ, ਕਰਿਓ ਪ੍ਰਕਾਸ਼ ਤਿਮਰ ਕੋ ਪਰ ਹਰ। ਔਰ ਸਾਰੇ ਘਰਾਂ ਦੇ ਵਿੱਚ ਹੁਕਮ ਮੰਨ ਕੇ ਗੁਰੂ ਪਿਆਰਿਓ ਦੀਵਾਲੀ ਦੀ ਤਰ੍ਹਾਂ ਦੀਪਮਾਲਾ ਕੀਤੀ ਗਈ ਹੈ, ਹਨੇਰੇ ਨੂੰ ਚੱਕ ਦਿੱਤਾ ਹੈ। ਜਹ ਕਹਿ ਗੁਰਬਾਣੀ ਕੋ ਜਪੈ, ਪ੍ਰੇਮ ਪਰਮੇਸ਼ਰ ਕੇ ਮਨ ਰਪੈ। ਔਰ ਹੁਣ ਸਾਰੇ ਸਿੰਘਾਂ ਨੂੰ ਸੰਗਤ ਨੂੰ ਹੁਕਮ ਹੈ ਕਿ ਬਾਣੀ ਪੜ੍ਹੋ, ਜਿੱਥੇ ਕਿੱਥੇ ਕੋਈ ਬੈਠਾ ਹੈ ਉੱਥੇ ਹੀ ਕੋਈ ਮੂਲ ਮੰਤਰ, ਕੋਈ ਗੁਰਮੰਤਰ, ਕੋਈ ਜਪਜੀ ਸਾਹਿਬ ਆਦਿ ਇੱਦਾਂ ਜਾਪ ਚੱਲ ਰਹੇ ਹਨ। ਫਿਰੇ ਇਕਾਂਤ ਆਪ ਭਗਵੰਤ, ਮਿਲੇ ਪੁੰਜ ਸਿੱਖ ਸੰਤ ਮਹੰਤ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਇਕਾਂਤ ਵਿੱਚ ਵਿਰਾਜਮਾਨ ਹਨ, ਆਪ ਵੀ ਪਰਮੇਸ਼ਰ ਨਾਲ ਜੁੜੇ ਹਨ, ਔਰ ਸਤਿਗੁਰਾਂ ਨੂੰ ਬਹੁਤ ਸਾਰੇ ਮਹਾਨ ਰਿਸ਼ੀ ਮੁਨੀ ਸੰਤ ਆ ਕੇ ਮਿਲਣ ਲੱਗੇ, ਦਰਸ਼ਨ ਕਰਦੇ ਹਨ। ਦੁਰਲਭ ਦਰਸ਼ਨ ਕਰ ਲਿਓ ਅਬੈ, ਕਹਿ ਆਪਸ ਮਹਿ ਪਹੁੰਚੇ ਸਭ ਹੈ। ਨਾਲੇ ਆਪਸ ਵਿੱਚ ਗੱਲਾਂ ਕਰਦੇ ਆ ਕਿ ਇਹ ਦਰਸ਼ਨ ਆਪਾਂ ਨੂੰ ਫੇਰ ਨਹੀਂ ਮਿਲਨੇ, ਇਹ ਦੁਰਲਭ ਦਰਸ਼ਨ ਜੇ ਕਰਨੇ ਹੈ ਤਾਂ ਕਰ ਲਓ ਹੁਣ, ਤੇ ਨਾਲੇ ਗੁਰੂ ਸਾਹਿਬ ਦੇ ਵੱਲ ਆ ਰਹੇ ਹਨ। ਰਾਤ ਬਿਤਾਈ ਜਾਗਰਨ ਕਰਕੇ, ਸਤਿਗੁਰ ਕੇ ਗੁਣ ਸਿਮਰ ਸਿਮਰ ਕੇ। ਅੱਜ ਵਾਲੀ ਸਾਰੀ ਰਾਤ ਜਾਗ ਕਰਕੇ ਬਿਤਾਈ ਹੈ, ਗੁਰੂਆਂ ਦੇ ਗੁਰੂ ਪਿਆਰਿਓ ਮਹਾਨ ਖੁੱਲੇ ਦਰਸ਼ਨ ਕਰਦਿਆਂ ਹੋਇਆਂ, ਸਿਮਰਨ ਕਰਦਿਆਂ ਹੋਇਆਂ ਜੀਵਨ ਬਤੀਤ ਕੀਤਾ ਹੈ, ਰਾਤ ਬਤੀਤ ਕੀਤੀ ਹੈ। ਜਾਮ ਰਹੀ ਜਬ ਸੋਚ ਸ਼ਨਾਨੇ, ਸ਼੍ਰੀ ਪ੍ਰਭ ਕਰਕੇ ਲਾਇਸ ਧਿਆਨੇ। ਔਰ ਜਦੋਂ ਪਹਿਰ ਰਾਤ ਬਾਕੀ ਰਹੀ ਹੈ, ਭਾਵ ਅੰਮ੍ਰਿਤ ਵੇਲਾ ਜਿਸ ਨੂੰ ਆਪਾਂ ਕਹਿੰਦੇ ਹਾਂ, ਸਤਿਗੁਰਾਂ ਨੇ ਵੀ ਇਸ਼ਨਾਨ ਆਦਿ ਕੀਤਾ, ਸਿੰਘਾਂ ਨੇ ਵੀ ਕੀਤਾ, ਤੇ ਸਤਿਗੁਰੂ ਆਪਣੇ ਨਿਜ ਸਰੂਪ ਨਾਲ ਜੁੜ ਗਏ ਹਨ। ਸਤ ਚੇਤਨ ਆਨੰਦ ਵਿਸਾਲਾ, ਨਿਜ ਸਰੂਪ ਮਨ ਥਿਰੇ ਕਿਰਪਾਲਾ। ਔਰ ਸਤ ਚੇਤਨ ਆਨੰਦ ਸਰੂਪ ਇਹ ਸਾਡੀ ਆਤਮਾ ਹੈ। ਸਤ ਹੈ ਸਤ ਕਰ ਬਾਚਾ ਜਾਣ, ਆਤਮਾ ਰਾਮ ਲਿਹੋ ਪ੍ਰਵਾਨ। ਜਿਸ ਦੁਨੀਆ, ਜਿਹੜੀ ਦੁਨੀਆ ਰੱਬ ਨੂੰ ਲੱਭਦੀ ਫਿਰਦੀ ਹੈ ਨਾ, ਰੱਬ ਹੋਰ ਕੋਈ ਨਹੀਂ, ਤੁਹਾਡੀ ਆਤਮਾ ਹੀ ਰੱਬ ਹੈ। ਤੁਸੀਂ ਆਪਣੇ ਆਪੇ ਨੂੰ ਜਾਣਨਾ ਹੈ। ਜਦੋਂ ਅਸੀਂ ਆਪਣੇ ਆਪ ਨੂੰ ਜਾਣ ਲਿਆ ਤੇ ਅਸੀਂ ਪਰਮੇਸ਼ਰ ਦੇ ਸਰੂਪ ਹੀ ਹੋ ਜਾਵਾਂਗੇ। ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨਾ ਜਾਣੋ ਮਾਨਸ ਦੇਹਾ। ਤੋ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆਓ ਉਹ ਸਤ ਚੇਤਨ ਆਨੰਦ ਸਰੂਪ ਪਰਮੇਸ਼ਰ ਦੇ ਨਾਲ ਜੁੜਨਾ ਕਰੀਏ। ਜਿਵੇਂ ਤੀਜੇ ਪਾਤਸ਼ਾਹ ਜੀ ਕੀ ਕਹਿੰਦੇ ਹਨ, ਜਦੋਂ ਇਹਨਾਂ ਦੇ ਘਰ ਇੱਕ ਪੋਤਰਾ ਪੈਦਾ ਹੋਇਆ ਜਿਸ ਦਾ ਨਾਮ ਆਨੰਦ ਹੈ, ਤੇ ਇੱਕ ਜੋਗੀ ਸਤਿਗੁਰਾਂ ਕੋਲੇ ਆਇਆ ਸੀ, ਪਾਤਸ਼ਾਹ ਨਾਲ ਗੱਲਬਾਤ ਹੋਈ ਜੋਗੀ ਨਾਲ, ਤੇ ਪਾਤਸ਼ਾਹ ਕਹਿੰਦੇ ਕਿਵੇਂ ਜੋਗੀ ਜੀ? ਕਹਿਣ ਲੱਗਿਆ ਮਹਾਰਾਜ ਬੜੀਆਂ ਰਿੱਧੀਆਂ ਸਿੱਧੀਆਂ ਤਾਂ ਪ੍ਰਾਪਤ ਕਰ ਲਈਆਂ, ਜੋਗ ਸਾਧਨਾ ਬੜੀਆਂ ਕਰਦੇ ਆ, ਧੋਣੇ ਤਾਪੇ ਜਲ ਧਾਰੇ ਕੀਤੇ, ਪਰ ਆਨੰਦ ਨਹੀਂ ਆਇਆ। ਕਹਿੰਦੇ ਨਹੀਂ ਆਨੰਦ ਆਇਆ ਤੇ ਗੁਰੂ ਘਰੇ ਜਨਮ ਲੈ ਲਓ, ਸਾਡੇ ਘਰੇ ਜੰਮ ਪਾਓ।
ਅੱਛਾ ਮਹਾਰਾਜ, 7 ਬਚਨ। ਹੁਣ 2 ਢੰਗ ਹੈ ਗੁਰੂ ਘਰ ਜਨਮ ਲੈਣ ਦੇ। ਇੱਕ ਤਾਂ ਜਿਵੇਂ ਬਾਬਾ ਆਨੰਦ ਜੀ ਭਾਈ ਉਹ ਜੋਗੀ ਨੇ ਜਨਮ ਲਿਆ, ਤੇ ਦੂਸਰਾ ਜਨਮ ਲੈਣ ਦਾ ਢੰਗ ਹੈ ਗੁਰ ਘਰ ਜਨਮੇ ਗਵਨ ਮਿਟਾਇਆ ਅਣਹਦ ਰਾਤੇ ਇਹ ਮਨ ਲਾਇਆ। ਜਦੋਂ ਗੁਰੂ ਵਾਲੇ ਬਣ ਗਏ ਤੇ ਤੁਹਾਡਾ ਪਿਛਲਾ ਜਾਤ ਗੋਤ ਸਭ ਖਤਮ, ਤੁਸੀਂ ਸਿੰਘ ਹੋ ਗਏ, ਖਾਲਸਾ ਹੋ ਗਏ, ਗੁਰੂ ਕੇ ਸਿੰਘ ਸਜ ਗਏ ਜਦੋਂ। ਉਹ ਦੂਸਰਾ ਢੰਗ ਹੈ ਜਨਮ ਲੈਣ ਦਾ। ਤੇ ਜੋਗੀ ਨੇ ਕੀ ਕੀਤਾ, ਸੱਚੀ ਮੁੱਚੀ ਜੰਗਲ ਵਿੱਚ ਗਿਆ, ਆਪਣੀ ਯੋਗ ਸਾਧਨਾ ਦੇ ਨਾਲ ਉਸਨੇ ਸਰੀਰ ਤਿਆਗਿਆ। ਤੇ ਇੱਧਰ ਗੁਰੂ ਅਮਰਦਾਸ ਮਹਾਰਾਜ ਦੇ ਘਰ ਬੱਚੇ ਦੀ ਸੰਭਾਵਨਾ ਬਣੀ, ਤੇ ਇਹਦੀ ਰੂਹ ਜਿਹੜੀ ਆ ਉੱਥੇ ਆ ਗਈ। ਸਮੇਂ ਦੇ ਨਾਲ ਜਨਮ ਹੋਇਆ। ਸੇਵਾਦਾਰ ਹੈ ਭਾਈ ਬੱਲੂ, ਜੋ ਸਤਿਗੁਰਾਂ ਦੇ ਲੰਗਰ ਪ੍ਰਸ਼ਾਦੇ ਦੀ ਤਿਆਰੀ ਕਰਦਾ। ਉਹ ਕਹਿੰਦਾ ਮਹਾਰਾਜ ਬੜੀ ਕਿਰਪਾ ਹੋਈ, ਆਪ ਜੀ ਦੇ ਘਰ ਪੋਤਰਾ ਹੋਇਆ। ਅੱਛਾ ਜਾ ਲੈ ਕੇ ਆ। ਉਸੇ ਵੇਲੇ ਸਤਿਗੁਰਾਂ ਨੇ ਭਾਈ ਬੱਲੂ ਨੂੰ ਭੇਜਿਆ। ਮਾਤਾ ਜੀ ਹੋਰਾਂ ਨੂੰ ਕਿਹਾ ਜੀ ਬੱਚੇ ਨੂੰ ਮੰਗਾਇਆ ਗੁਰੂ ਸਾਹਿਬ ਨੇ ਦਰਬਾਰ 'ਚ, ਤੇ ਉਹਨਾਂ ਨੂੰ ਬਸਤਰਾਂ ਵਿੱਚ ਲਪੇਟ ਕੇ ਭੇਜ ਦਿੱਤਾ। ਤੇ ਆਪਣੇ ਹੱਥ ਵਿੱਚ ਗੋਦ ਵਿੱਚ ਲੈ ਕੇ ਕਹਿੰਦੇ ਆ ਗਿਆ ਆਨੰਦ। ਭਾਵ ਉਹ ਤਾਂ ਜਾਣਦੀ ਹੈ ਇੱਥੇ ਕਿਹੜੀ ਰੂਹ ਵਸਦੀ ਆ ਗਿਆ ਆਨੰਦ। ਹੁਣ ਆਨੰਦ ਆਇਆ ਹੈ ਤਾਂ ਉਸ ਦਾ ਨਾਮ ਵੀ ਆਨੰਦ ਰੱਖ ਦਿੱਤਾ। ਤੇ ਭਾਈ ਬੱਲੂ ਨੂੰ ਕਹਿੰਦੇ ਕੋਠੇ ਉੱਤੇ ਚੜ੍ਹ ਕੇ ਨਾ ਤੂੰ ਆ ਪੰਕਤੀ ਗਾ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਹੁਣ ਆਨੰਦ ਆਇਆ ਨਹੀਂ ਹੈਗਾ, ਜਿਹੜਾ ਆਉਂਦਾ ਉਹ ਜਾਂਦਾ ਵੀ ਹੈ, ਜਿਹੜਾ ਜੰਮਦਾ ਉਹ ਮਰਦਾ ਵੀ ਹੈ। ਜਨਮੰਗ ਤੈ ਮਰਨੰ ਰੋਗੰਗ ਤੈ ਸੋਗੰਗ, ਇਸ ਤਰ੍ਹਾਂ ਗੁਰੂ ਪਿਆਰਿਓ। ਪਰ ਇਹ ਹੈ ਭਇਆ, ਭਇਆ ਭਾਵ ਹੋ ਗਿਆ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਮੈਂ ਆਨੰਦ ਹੋ ਗਿਆ ਹਾਂ, ਤੇ ਆਨੰਦ ਪਰਮੇਸ਼ਰ ਹੈ, ਸਤ ਚੇਤਨ ਆਨੰਦ ਸਰੂਪ ਹੈ। ਅਸੀਂ ਉਹਨੂੰ ਜਪਦੇ ਜਪਦੇ ਉਸ ਆਨੰਦ ਵਿੱਚ ਜਦੋਂ ਮਿਲ ਗਏ ਤੇ ਅਸੀਂ ਉਸ ਆਨੰਦ ਦਾ ਰੂਪ ਹੋ ਗਏ, ਉਹ ਆਨੰਦ ਹੋ ਗਏ। ਤੇ ਫਿਰ ਪੀਪਾ ਵਜਾ ਕੇ ਭਾਈ ਬੱਲੂ ਨੇ ਕੋਠੇ ਤੇ ਚੜ੍ਹ ਕੇ ਸ਼ਬਦ ਗਾਇਆ, ਪੌੜੀ ਗਾਈ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ, ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹੇ ਨਾਨਕੇ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਤੇ ਆਨੰਦ ਹੋਆ ਹੈ, ਆਨੰਦ ਆਇਆ ਨਹੀਂ ਲਿਖਿਆ ਇੱਥੇ। ਆਉਂਦਾ ਸੁੱਖ ਤੇ ਦੁੱਖ ਹੈ, ਆਉਂਦਾ ਸਵਾਦ ਅਤੇ ਕੌੜਾ ਮਿੱਠਾ ਹੈ, ਪਰ ਇਹ ਆਨੰਦ ਬਣ ਜਾਣਾ ਹੈ। ਪਰਮੇਸ਼ਰ ਜਿਹੜਾ ਸਤ ਚੇਤਨ ਤੇ ਆਨੰਦ ਸਰੂਪ ਹੈ। ਦੁਨੀਆ ਆਨੰਦ ਹੀ ਤਾਂ ਭਾਲਦੀ ਫਿਰਦੀ ਆ, ਪਰ ਅਸੀਂ ਸੁੱਖਾਂ ਨੂੰ ਆਨੰਦ ਕਹੀ ਜਾਂਦੇ ਆ। ਆਨੰਦ ਇਹ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣੇ ਆ। ਅਸਲੀ ਆਨੰਦ ਦਾ ਪਤਾ ਤਾਂ ਗੁਰੂ ਤੋਂ ਲੱਗੂਗਾ। ਇਹ ਤਾਂ ਸੁੱਖ ਤੇ ਦੁੱਖ ਹੈ। ਜਿਵੇਂ ਤੁਸੀਂ ਆਨੰਦ ਕਹੀ ਜਾਂਦੇ ਹੋ, ਬੱਚਾ ਹੋ ਗਿਆ ਆਨੰਦ ਆ ਗਿਆ, ਤੇ ਜਿੱਦੇ ਮਰ ਗਿਆ ਉਹਦੇ ਆਨੰਦ ਭੱਜ ਗਿਆ, ਕੋਈ ਸਤਨਾਮ। ਉਹ ਆਨੰਦ ਨਹੀਂ ਹੈ। ਆਨੰਦ ਹੀ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ। ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ। ਕਹੈ ਨਾਨਕ ਇਹੋ, ਆਪਣੀ ਅੰਦਰ ਵੱਲ ਇਸ਼ਾਰਾ ਕੀਤਾ। ਇਹੋ ਦਾ ਮਤਲਬ ਆਪਣੇ ਵੱਲ। ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਤੇ ਇੱਕ ਇਹਦਾ ਫਰਕ ਹੋਵੇਗਾ, ਇੱਕ ਅਨੁਭਵ ਹੈ। ਤੁਸੀਂ ਯਾਦ ਕਰ ਲਓ ਆਪਣੇ ਜੀਵਨ ਦੇ ਵਿੱਚ, ਪਿੱਛੇ ਨਿਗਾਹ ਮਾਰ ਲਓ। ਜਿਹੜਾ ਅਨੁਭਵ ਹੈ ਉਹ ਤੁਹਾਨੂੰ ਜ਼ਿੰਦਗੀ ਭਰ ਨਹੀਂ ਭੁੱਲੇਗਾ, ਤੇ ਜਿਹੜਾ ਤੁਹਾਡੇ ਅੰਦਰ ਕੋਈ ਸੁਪਨਾ ਹੈ ਉਹ ਤੜਕੇ ਨੂੰ ਭੁੱਲ ਜਾਂਦਾ ਹੈ। ਇਸ ਕਰਕੇ ਆਨੰਦ ਜਿੱਦੇ ਤੁਹਾਨੂੰ ਆ ਗਿਆ ਨਾ, ਤੁਸੀਂ ਜਦੋਂ ਉਸ ਆਨੰਦ ਦੇ ਸਮੇਂ ਨੂੰ ਯਾਦ ਕਰੋਗੇ, ਤੁਹਾਡੇ ਅੰਦਰ ਉਸੇ ਵੇਲੇ ਉਸ ਆਨੰਦ ਦੀ ਲਹਿਰ ਆ ਜਾਇਆ ਕਰੂਗੀ। ਕਿਉਂਕਿ ਆਨੰਦ ਜਾਂਦਾ ਨਹੀਂ ਮੁੜ ਕੇ, ਜਿੱਦਾਂ ਆ ਗਿਆ ਇੱਕ ਵਾਰੀ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆਓ ਸਤ ਚੇਤਨ ਆਨੰਦ ਸਰੂਪ ਪਰਮੇਸ਼ਰ ਦੇ ਵਿੱਚ ਮਿਲੀਏ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਵੀ ਆਪਣੇ ਨਿਜ ਸਰੂਪ ਨਾਲ ਜੁੜ ਗਏ ਜੀ। ਭੂਤ ਭਵੇਖ ਨ ਨਾਸ਼ ਪ੍ਰਣਾਮ, ਜਾਂਤੇ ਸਤ ਕਹਿਤ ਸੁਰਤ ਨਾਮ। ਹੁਣ ਸਤਿਗੁਰੂ ਪਾਤਸ਼ਾਹ ਜੀ ਉਪਦੇਸ਼ ਵੀ ਬਖਸ਼ ਰਹੇ ਹਨ। ਆਪਾਂ ਪਿਛਲੇ ਦਿਨੀ ਇਹ ਵਿਚਾਰਾਂ ਸਰਵਣ ਕਰ ਰਹੇ ਸੀ। ਆਓ ਆਪਾਂ ਉਸ ਪਰਮੇਸ਼ਰ ਨਾਲ ਜੁੜਨਾ ਹੈ ਜਿਹੜਾ ਆਕਾਸ਼ ਦੀ ਨਿਆਈ ਸਾਰੇ ਆਲ ਵਰਲਡ ਵਿੱਚ ਫੈਲਿਆ ਹੋਇਆ। ਕਬੀਰ ਸਾਹਿਬ ਜੀ ਵੀ ਇਹੀ ਗੱਲ ਕਹਿੰਦੇ ਆ, ਓੰਕਾਰ ਆਦਿ ਮੈਂ ਜਾਣਾ। ਮੈਂ ਉਸ ਰੱਬ ਨੂੰ ਜਾਣ ਲਿਆ ਜਿਹੜਾ ਸਭ ਤੋਂ ਪਹਿਲਾਂ ਸੀ। ਲਿਖ ਅਰ ਮੇਟੇ ਤਾਹੇ ਨਾ ਮਾਨਾ, ਜਿਹੜਾ ਬਣਦਾ ਤੇ ਢਹਿੰਦਾ ਮੈਂ ਉਹਨੂੰ ਰੱਬ ਨਹੀਂ ਮੰਨਦਾ। ਜਿਵੇਂ ਮੂਰਤੀਆਂ ਪੱਥਰ ਦੀਆਂ, ਕਾਗਜ਼ ਦੀਆਂ, ਇਹ ਮਨੁੱਖ ਨੇ ਬਣਾਈਆਂ, ਇਹ ਰੱਬ ਨਹੀਂ ਹੈ।
ਜਿਹੜਾ ਜੰਮਣ ਤੇ ਮਰਨ ਵਿੱਚ ਆਉਂਦਾ, ਜਿਹੜਾ ਬਣਦਾ ਤੇ ਢਹਿੰਦਾ ਹੈ, ਜਿਹੜਾ ਆਉਂਦਾ ਤੇ ਜਾਂਦਾ ਹੈ, ਜਿਹੜਾ ਮੁੱਕਦਾ ਹੈ, ਉਹ ਰੱਬ ਨਹੀਂ ਹੈ। ਓੰਕਾਰ ਆਦਿ ਮੈਂ ਜਾਣਾ, ਲਿਖ ਅਰ ਮੇਟੇ। ਜਿਹੜਾ ਬਣਦਾ ਤੇ ਢਹਿੰਦਾ ਹੈ, ਲਿਖ ਅਰ ਮੇਟੇ ਤਾਹੇ ਨਾ ਮਾਨਾ। ਮਰੀਤਮ ਜੀ ਕਹਿੰਦੇ ਆਓ ਉਸ ਅਕਾਲ ਨਾਲ ਜੁੜੀਏ, ਜਿਹੜਾ ਉਹ ਆਕਾਸ਼ ਦੀ ਨਿਆਈ ਹਰ ਥਾਂ ਤੇ ਆਲ ਵਰਲਡ ਵਿੱਚ ਫੈਲਿਆ ਹੋਇਆ ਹੈ। ਐਸੇ ਪਰਮਾਤਮਾ ਵਰਗਾ ਕੋਈ ਨਹੀਂ ਜੀ। ਭੂਤ ਭੂਤ ਭਵੇਖਨ ਨਾਸ਼ ਪ੍ਰਣਾਮ, ਜਾਤੇ ਸਤ ਕਹਿਤ ਸ਼ਰੁਤ ਨਾਮ। ਸ਼ਰੂਤੀ ਹੁੰਦੀ ਹੈ ਗੁਰੂ ਪਿਆਰਿਓ ਸ਼ਬਦ, ਵੇਦਾਂ ਦੀਆਂ ਸ਼ਰੂਤੀਆਂ, ਸ਼ਾਸਤਰਾਂ ਦੀਆਂ ਸ਼ਰੂਤੀਆਂ ਅਸੀਂ ਸ਼ਬਦ ਕਹਿ ਦਿੰਦੇ ਆ, ਉਹਨਾਂ ਵਿੱਚ ਸ਼ਰੂਤੀ ਕਿਹਾ ਜਾਂਦਾ। ਤਾਂ ਇਸ ਤਰ੍ਹਾਂ ਕਹਿੰਦੇ ਵੇਦਾਂ ਗ੍ਰੰਥਾਂ ਦੇ ਵਿੱਚ ਵੀ ਉਸ ਪਰਮਾਤਮਾ ਬਾਰੇ ਲਿਖਿਆ ਗਿਆ ਹੈ। ਜਾਪ ਸਾਹਿਬ ਦੀ ਪਹਿਲੀ ਪੌੜੀ ਵਿੱਚ ਲਿਖਿਆ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਾਹਿਨ, ਜੇ ਰੂਪ ਰੰਗ ਅਰ ਰੇਖ ਭੇਖ, ਕੋਉ ਕਹਿ ਨਾ ਸਕਤ ਕਹੇ, ਅਚਲ ਮੂਰਤਿ ਅਨਭਉ ਪ੍ਰਕਾਸ਼। ਅਨਭਉ ਪ੍ਰਕਾਸ਼, ਹੁਣ ਅਨਭਉ ਕੀ ਹੈ? ਇਹ ਤੁਹਾਡੇ ਦਿਮਾਗ ਦੇ ਵਿੱਚ ਗਿਆਨ ਦਿੰਦਾ, ਇਹਨੂੰ ਪ੍ਰਕਾਸ਼ ਕਿਹਾ ਇੱਥੇ। ਇਹ ਪ੍ਰਕਾਸ਼ ਬੱਲ੍ਹ ਵਰਗਾ ਨਹੀਂ, ਤੇ ਬੱਲ੍ਹਵੇ ਦੇ ਸਾਹਮਣੇ ਕੁਛ ਵੀ ਨਹੀਂ। ਜੇ ਸੋ ਚੰਦਾ ਉਗਰੈ ਜੇ ਸੋ ਚੰਦਾ ਉਗਵੈ, ਸੂਰਜ ਚੜ੍ਹੈ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਉਸ ਪ੍ਰਕਾਸ਼ ਦੇ ਸਾਹਮਣੇ ਤਾਂ ਹਜ਼ਾਰਾਂ ਸੂਰਜ, ਸੈਂਕੜੇ ਚੰਦਰਮਾ ਵੀ ਬੇਕਾਰ ਹਨ, ਉਹਦੇ ਬਰਾਬਰ ਨਹੀਂ ਪਹੁੰਚਦੇ। ਅਨਭਉ ਪ੍ਰਕਾਸ਼ ਅਮਿਤੋਜ, ਅਮਿਤ ਓਜ, ਜਿਹਦੀ ਕੀਮਤ ਨਹੀਂ ਪਤਾ, ਜਿਹਦੇ ਬਲ ਦਾ ਨਹੀਂ ਪਤਾ ਕਿੰਨਾ। ਗਿਆਨ ਦਾ ਬਲ ਬਹੁਤ ਆ, ਗਿਆਨ ਦੇ ਬਲ ਕਰਕੇ ਹੀ ਲੋਕਾਂ ਨੇ JCBਆਂ, ਕੰਬਾਈਨਾਂ ਆਦਿ ਬਣਾ ਕੇ ਕਿੱਡੇ ਵੱਡੇ ਵੱਡੇ ਕੰਮ ਉਹ ਕਰ ਲਏ ਜਿਹੜੇ ਜ਼ੋਰ ਨਾਲ ਨਹੀਂ ਹੋ ਸਕਦੇ, ਗਿਆਨ ਨਾਲ ਹੋ ਰਹੇ ਆ। ਕਹੋ ਸਤਨਾਮ ਸਿੰਘ। JCBਆਂ ਦੇ ਨਾਲ ਜਾਂ ਹੋਰ ਵੱਡੀਆਂ ਵੱਡੀਆਂ ਜਿਹੜੀਆਂ ਮਸ਼ੀਨਾਂ ਬਣਾਈਆਂ ਗਿਆਨ ਨਾਲ ਬਣੀਆਂ ਨਾ। ਹੁਣ ਗਿਆਨ ਦੇ ਨਾਲ ਅਸੀਂ ਉਹ ਕੰਮ ਕਰ ਲਿਆ ਜਿਹੜਾ ਜ਼ੋਰ ਨਾਲ ਨਹੀਂ ਹੋ ਸਕਦਾ। ਜੋਰ ਨਾ ਜੀਵਨ ਮਰਨ ਨ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੇ ਸੰਸਾਰ। ਤੇ ਛੁੱਟਣ ਦਾ ਢੰਗ ਵੀ ਜੁਗਤ ਹੈ ਪਰਮੇਸ਼ਰ ਦੀ ਗੁਰੂ ਕੋਲ। ਜੋਰ ਨਾ ਜੁਗਤੀ ਛੁੱਟੇ ਸੰਸਾਰ, ਇਹ ਨੰਨਾ ਇੱਧਰ ਲੱਗੂਗਾ, ਨੰਨਾ ਦੂਸਰੇ ਪਾਸੇ ਨਹੀਂ ਲੱਗਦਾਗਾ, ਇੱਕ ਪਾਸੇ ਲੱਗੂਗਾ। ਜੋਰ ਨਾ ਜੁਗਤ ਛੁੱਟੇ ਸੰਸਾਰ, ਜਿਸ ਹੱਥ ਜੋਰ ਕਰ ਵੇਖਿਆ ਸੋਈ ਚੈਲੰਜ ਕਰਤਾ। ਜੇ ਕੋਈ ਕਹੇ ਕਿ ਮੇਰੇ ਜ਼ੋਰ ਹੈ, ਰਾਵਣ ਕੋਲੇ ਹਰਨਕਸ਼ ਕੋਲੇ ਜ਼ੋਰ ਬਹੁਤ ਸੀਗਾ। ਜੇ ਕਿਸੇ ਕੋਲੇ ਜ਼ੋਰ ਹੈ ਤੇ ਲਾ ਕੇ ਦੇਖ ਲਓ। ਜਿਸ ਹੱਥ ਜ਼ੋਰ ਕਰ ਵੇਖਿਆ ਸੋਏ, ਨਾਨਕ ਉਤਮ ਨੀਚ ਨਾ ਕੋਏ। ਇਹ ਪਰਮੇਸ਼ਰ ਦੇ ਹੱਥ ਵਿੱਚ ਹੈ ਖੇਡ ਖੈਰ। ਆਓ ਉਸ ਪਰਮੇਸ਼ਰ ਨਾਲ ਜੁੜਨਾ ਹੈ ਆਪਾਂ, ਜਿਹੜਾ ਕਦੇ ਵੀ ਨਾਸ ਨਹੀਂ ਹੁੰਦਾ। ਆਦ ਸੱਚ ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਪੀ ਸੱਚ। ਅਮਿਤੋਜ ਕਹਿਜੈ, ਕੋਟ ਇੰਦਰ ਇੰਦਰਾਨ, ਸ਼ਾਹੋ ਸ਼ਾਹਾਨ ਗਨਿਜੈ। ਤ੍ਰੈ ਭਵਨ ਮਹੀਪ, ਤਿੰਨਾਂ ਲੋਕਾਂ ਦੇ ਰਾਜੇ। ਤ੍ਰੈ ਭਵਨ ਮਹੀਪ, ਸੁਰ ਨਰ ਅਸੁਰ, ਦੇਵਤੇ ਦੈਂਤ ਮਨੁੱਖ। ਨੇਤ ਨੇਤ ਬੰਟਣ ਕਹਿਤ, ਜਿਹਨੂੰ ਨਿਤ ਨਵਾਂ ਕਹਿੰਦੇ ਆ। ਦਰਖਤ ਵੀ ਉਹਦੀ ਸਿਫਤ ਕਰਦੇ ਆ, ਨਿਤ ਨਵੇਂ ਪੱਤੇ ਨਿਕਲਦੇ ਹਨ। ਇਹ ਵੀ ਮਾਨੋ ਕਹਿ ਰਹੇ ਆ ਕਿ ਉਹ ਨਿਤ ਨਵਾਂ ਹੈ। ਕਹੋ ਸਤਨਾਮ। ਨੇਤ ਨੇਤ ਬੰਟਣ ਕਹਿਤ, ਤਬ ਸਰਬ ਨਾਮ ਕਥਾ ਕਵਨ, ਕਰਮ ਨਾਮ ਬਰਨਤ ਸੁਮਤ ਖੈਰ। ਉਹ ਆਓ ਉਸ ਨਾਲ ਜੁੜੀਏ। ਜਾਂ ਤੇ ਸਤ ਕਹਿਤ ਸ਼ਰੂਤੀ ਨਾਮ, ਵੇਦਾਂ ਗ੍ਰੰਥਾਂ ਨੇ ਵੀ ਜਿਸ ਦੀ ਸਿਫਤ ਕੀਤੀ ਹੈ। ਮਾਇਆ ਜਗਤ ਅਵਿਦਿਆ, ਜਿਸ ਵਿਹੀਨ ਜੜ ਸਹਿਤ ਵਿਖਾਰ। ਇਹ ਜਿਹੜਾ ਹੈ ਚੇਤਨ ਤੋਂ ਬਗੈਰ, ਜਿਹੜਾ ਚੇਤਨ ਹੈ ਨਾ ਸਾਡੇ ਅੰਦਰ, ਜੋ ਬੋਲ ਰਿਹਾ, ਜੋ ਦੇਖ ਰਿਹਾ, ਜੋ ਸੁਣ ਰਿਹਾ, ਤੁਹਾਡੇ ਵਿੱਚ ਬੈਠਾ ਸੁਣ ਰਿਹਾ, ਮੇਰੇ 'ਚ ਬੈਠਾ ਬੋਲ ਰਿਹਾ ਹੈ, ਇਹ ਚੇਤਨ ਹੀ ਪਰਮੇਸ਼ਰ ਹੈ। ਚੇਤਨ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ। ਤੇ ਉਹ ਚੇਤਨੇ ਨੂੰ ਹੀ ਚੇਤਨਾ ਹੈ, ਯਾਦ ਕਰਨਾ ਹੈ। ਪ੍ਰੀਤਮ ਜੀ ਕਹਿੰਦੇ ਇਹ ਮਾਇਆ ਜਿਹੜੀ ਹੈ ਇਹ ਅਵਿਦਿਆ ਹੈ, ਅਗਿਆਨਤਾ ਹੈ। ਮਾਇਆ ਅਗਿਆਨਤਾ ਹੈ। ਜਿਸ ਚੇਤਨ ਤੋਂ ਬਗੈਰ, ਜਿਸ ਵਿਹੀਨ ਜੜ ਸਹਿਤ ਵਿਖਾਦ, ਜਿਸ ਤੋਂ ਵਿਹੀਨ, ਜਿਸ ਤੋਂ ਖਾਲੀ, ਇਹ ਮਾਇਆ ਜੜ ਹੈ, ਦੁਖਦਾਈ ਹੈ। ਮੇਲੇ ਪਏ ਤਾਂ ਦੇਹ ਜਿਤੇ, ਕਿਰਿਆਵਾਨ ਹੈ ਸਹਿਤ ਵਿਦੇ। ਪਰ ਜਦੋਂ ਇਸ ਮਾਇਆ ਨਾਲ ਚੇਤਨ ਮਿਲ ਜਾਂਦਾ ਹੈ, ਫਿਰ ਇਹ ਕਿਰਿਆਵਾਨ ਹੋ ਜਾਂਦਾ। ਤਾਂ ਕਬੀਰ ਸਾਹਿਬ ਜੀ ਥਿੱਤੀ ਗੌੜੀ ਵਿੱਚ ਕੀ ਕਹਿੰਦੇ ਆ? ਦੁਤੀਆ ਦੋ ਕਰ ਜਾਣੈ ਅੰਗ, ਮਾਇਆ ਬ੍ਰਹਮ ਰਮੈ ਸਭ ਸੰਗ। ਦੂਜੀ ਤਿੱਥ ਵਿੱਚ ਕਬੀਰ ਸਾਹਿਬ ਜੀ ਕਹਿੰਦੇ ਪਰਮੇਸ਼ਰ ਦੇ ਦੋ ਰੂਪ ਆ। ਇਹ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਦੋ ਰੂਪ ਹੈ ਉਹਦੇ। ਮਹਾਰਾਜ ਕਿਹੜੇ ਕਿਹੜੇ? ਦੁਤੀਆ ਦੋ ਕਰ ਜਾਣੈ ਅੰਗ, ਮਾਇਆ ਬ੍ਰਹਮ
ਰਮੈ ਸਭ ਸੰਗ। ਤੇ ਜੁੜਨਾ ਕਿਹਦੇ ਨਾਲ ਹੈ? ਮਾਇਆ ਨਾਲ ਕਿ ਬ੍ਰਹਮ ਨਾਲ? ਕਹਿੰਦੇ ਆਪਾਂ ਉਹਦੇ ਨਾਲ ਜੁੜਨਾ ਹੈ ਜਿਹੜਾ ਵੱਧਦਾ ਘਟਦਾ ਨਹੀਂ, ਨਾ ਉਹ ਵਧੈ ਨਾ ਘਟਦਾ ਜਾਏ। ਆਦਿ ਪੁਰਖ ਮੈਂ ਰਹਿ ਸਮਾਏ। ਅਸੀਂ ਉਸ ਦੇ ਨਾਲ ਜੁੜਨਾ ਜਿਹੜਾ ਖਤਮ ਨਹੀਂ ਹੁੰਦਾ, ਜੰਮਦਾ ਮਰਦਾ ਨਹੀਂ, ਵੱਧਦਾ ਘਟਦਾ ਨਹੀਂ। ਜਿਵੇਂ ਅਸਮਾਨ ਕਿਆ ਸਮਸਤ ਬੀਚ ਇੱਕ ਜੋਤ ਹੈ, ਨਾ ਬਾਦ ਹੈ ਨਾ ਘਾਟ ਹੈ, ਨਾ ਘਾਟ ਬਾਦ ਹੋਤ ਹੈ। ਅਸੀਂ ਉਸ ਨਾਲ ਜੁੜਨਾ ਹੈ ਜਿਸ ਦੇ ਕਰਕੇ ਅਸੀਂ ਸਾਰੇ ਕਿਰਿਆਵਾਨ ਹਾਂ। ਜਦੋਂ ਚੇਤਨ ਵਿੱਚੋਂ ਨਿਕਲ ਜਾਂਦਾ ਫਿਰ ਕੋਈ ਇਹਨੂੰ ਹੱਥ ਲਾਉਣ ਨੂੰ ਤਿਆਰ ਨਹੀਂ ਰਹਿੰਦਾ। ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਇਸ ਪੁੱਤਰੀ ਮੈਂ ਪਵਨ ਸਮਾਇਆ। ਅਕਾਲ ਪੁਰਖ ਨੇ ਮੈਲੇ ਪਾਣੀ ਤੋਂ ਸੁੰਦਰ ਬਾਡੀ ਬਣਾ ਦਿੱਤੀ। ਗੰਦੇ ਖੂਨ ਨੂੰ, ਗੰਦੇ ਬਿੰਦ ਨੂੰ ਅਸੀਂ ਹੱਥ ਲਾਉਣ ਨੂੰ ਤਿਆਰ ਨਹੀਂ। ਪਰ ਜਦ ਉਸ ਤੋਂ ਬੱਚਾ ਤਿਆਰ ਹੋ ਗਿਆ, ਬੱਚਾ ਬਣ ਗਿਆ, ਇਹ ਮਾਟੀ ਬਣ ਗਈ, ਇਹ ਪੁੱਤਰੀ ਬਣ ਗਈ, ਸਰੀਰ ਦਾ ਪੁਤਲਾ, ਮਤਲਬ ਇਹ ਪੁਤਲਾ ਬਣ ਗਿਆ। ਫਿਰ ਅਸੀਂ ਉਸ ਬੱਚੇ ਨੂੰ ਕਿੰਨਾ ਚਿਰ ਪਿਆਰ ਕਰਦੇ ਹਾਂ? ਜਿੰਨਾ ਚਿਰ ਉਹਦੇ ਵਿੱਚ ਪਵਨ ਹੈ, ਜਿੰਨਾ ਚਿਰ ਉਹ ਬੋਲਦਾ ਹੈ, ਹੱਸਦਾ ਹੈ, ਖੇਡਦਾ। ਤੇ ਜਦੋਂ ਬੱਚਾ ਕੋਈ ਜਾਂ ਮਨੁੱਖ ਜਾਂ ਕੋਈ ਵੀ ਜਦੋਂ ਸਰੀਰ ਦੇ ਵਿੱਚੋਂ ਚੇਤਨ ਨਿਕਲ ਜਾਂਦਾ ਹੈ, ਫਿਰ ਅਸੀਂ ਉਸ ਨੂੰ ਅਣਸਰਦੇ ਨੂੰ ਨਵਾਉਣੇ ਧਵਾਉਣੇ ਆ। ਵੈਸੇ ਹੱਥ ਲਾਉਣ ਨੂੰ ਕਿਸੇ ਦਾ ਜੀ ਨਹੀਂ ਕਰਦਾ। ਕਹੋ ਸਤਿਨਾਮ। ਤਾਂ ਅਸੀਂ ਕਿਸ ਨੂੰ ਜਪ ਰਹੇ ਹਾਂ? ਉਸ ਚੇਤਨ ਨੂੰ। ਜਿੰਨਾ ਚਿਰ ਚੇਤਨ ਵਿੱਚ ਹੈ ਓਨਾ ਚਿਰ ਹੀ ਇਹ ਵਧੀਆ ਲੱਗਦਾ ਹੈ। ਜਦੋਂ ਉਹ ਵਿੱਚੋਂ ਨਿਕਲ ਗਿਆ ਫਿਰ ਇਹ ਵਿਖਾਦ ਦੁੱਖਾਂ ਦਾ ਘਰ ਹੈ। ਮੇਰੇ ਪ੍ਰੀਤਮ ਜੀ ਕਹਿੰਦੇ ਮੇਲੇ ਭਏ ਤੇ ਦੇਹ ਜਤੇਕ। ਜਦੋਂ ਚੇਤਨ ਮਾਇਆ ਵਿੱਚ ਮਿਲਦਾ ਹੈ ਤਾਂ ਜਿੰਨੀਆਂ ਸਰੀਰ ਹਨ ਕਿਰਿਆਵਾਨ ਹੈ, ਸਹਿਤ ਵਿਵੇਕ, ਇਹ ਕਿਰਿਆਵਾਨ ਹੋ ਜਾਂਦੀ ਹੈ, ਚੱਲਣ ਫਿਰਨ ਲੱਗ ਜਾਂਦੀ ਹੈ। ਸਹਿਤ ਵਿਵੇਕ, ਇਹਦੇ ਅੰਦਰ ਗਿਆਨ ਵੀ ਆ ਜਾਂਦਾ ਜੀ। ਜਾਤੇ ਚੇਤਨ ਨਾਮ ਬਤਾਵੇ, ਮਨ ਆਦਿਕ ਚੰਚਲ ਹੋਵੇ ਜਾਵੇ। ਤਾਂ ਤੇ ਆਓ ਮੈਂ ਤੁਹਾਨੂੰ ਉਸ ਚੇਤਨ ਦੀ ਜਾਣਕਾਰੀ ਦੇਵਾਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਇਸ ਕਰਕੇ ਉਸ ਦਾ ਨਾਮ ਚੇਤਨ ਦੱਸਦੇ ਹੈ ਜੋ ਸਾਨੂੰ ਚੇਤਨ ਕਰਦਾ। ਤਾਂ ਉਸ ਦਾ ਨਾਮ ਚੇਤਨ ਹੈ ਜਿਹੜਾ ਮਨ ਆਦਿਕ, ਸਾਡੀਆਂ ਅੱਖਾਂ, ਸਾਡੇ ਕੰਨ, ਸਾਡੇ ਹੱਥ, ਸਾਡੇ ਪੈਰ, ਸਾਡਾ ਰੋਮ ਰੋਮ ਜਿਹੜਾ ਹੈ ਗੁਰੂ ਪਿਆਰੋ ਚੇਤਨ ਕਰਕੇ ਹੀ ਚੰਚਲ ਭਾਵ ਕਿਰਿਆਵਾਨ ਹੈ, ਚੱਲਦਾ ਹੈ। ਮਨ ਭੱਜਿਆ ਫਿਰਦਾ ਉਹ ਚੇਤਨ ਕਰਕੇ ਹੀ ਹੈ। ਜਦ ਚੇਤਨ ਨਿਕਲ ਗਿਆ ਫਿਰ ਇਹਦੇ ਵਿੱਚ ਮਨ ਵੀ ਨਹੀਂ ਰਹਿਣਾ, ਉਹ ਵੀ ਸਭ ਨਿਕਲ ਜਾਣੇ ਹਨ ਸਾਰੇ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਆਓ ਉਸ ਚੇਤਨ ਨੂੰ ਜਾਣੀਏ। ਜਿਸ ਬੀਨ ਦੁਖ ਸਾਗਰੇ ਹੇਰੀ, ਵਿਸ਼ ਆਨੰਦ ਬੂੰਦ ਜਿਸ ਕੇਰੀ। ਜਿਸ ਚੇਤਨ ਤੋਂ ਬਗੈਰ ਦੁਖਦਾਈ ਹੈ। ਕੋਈ ਮਨੁੱਖ ਜਿਉਂਦਾ ਹੈ ਤਾਂ ਘਰ ਦਾ ਪਰਿਵਾਰ ਸਾਰਾ ਸੁਖੀ ਆ। ਜਦੋਂ ਕੋਈ ਉਹ ਮਨੁੱਖ ਮਰ ਗਿਆ, ਵਿੱਚੋਂ ਚੇਤਨ ਨਿਕਲ ਗਿਆ ਤੇ ਸਾਰੇ ਦੁੱਖ ਪੈਦਾ ਹੋ ਗਏ, ਸਾਰੇ ਦੁੱਖ ਪੈਦਾ ਹੋ ਗਏ। ਜਦੋਂ ਕੋਈ ਬੰਦਾ ਹੱਸਦਾ ਖੇਡਦਾ ਬੋਲਦਾ ਚੱਲਦਾ ਭੱਜਦਾ ਦੌੜਦਾ ਹੈ, ਜਬ ਕਿਛ ਪਾਵੇ ਤਬ ਗਰਭ ਕਰਤਾ ਹੈ, ਮਾਇਆ ਗਈ ਤਬ ਰੋਵਣ ਲੱਗਦਾ ਹੈ। ਸਾਰੀ ਜਿਹੜੀ ਫੀਲਿੰਗ ਹੈ, ਜਿਹੜੀ ਇਹ ਭਾਵਨਾ ਹੈ, ਸਾਰੀ ਇਹ ਚੇਤਨ ਕਰਕੇ ਹੈ। ਪ੍ਰੀਤਮ ਜੀ ਕਹਿੰਦੇ ਜਦੋਂ ਉਸ ਤੋਂ ਇਹ ਖਾਲੀ ਹੋ ਜਾਂਦਾ ਹੈ ਫਿਰ ਇਹ ਖਤਮ ਹੋ ਜਾਂਦਾ ਹੈ। ਵਿਸ਼ਿਆਂ ਵਿੱਚ ਜੋ ਆਨੰਦ ਆਉਂਦਾ ਹੈ ਉਹ ਉਸ ਆਨੰਦ ਸਾਗਰ ਦੀ ਬੂੰਦ ਮਾਤਰ ਵਿੱਚ ਹੈ। ਦੇਖ ਲਓ ਉਹ ਆਨੰਦ ਵਿੱਚ ਕਿੰਨਾ ਆਨੰਦ ਹੈ ਜਿਹੜਾ ਸੰਸਾਰ ਦੀਆਂ ਸਾਰੀਆਂ ਵਸਤੂਆਂ ਖਾ ਕੇ ਵੀ ਨਹੀਂ ਆ ਸਕਦਾ। ਇੱਕ ਬੂੰਦ ਵਿੱਚ ਓਨਾ ਆਨੰਦ ਹੈ। ਪੜ੍ਹੋ ਪ੍ਰੀਤਮ ਦੀ ਬਾਣੀ। ਬਾਬਾ ਫਰੀਦ ਜੀ ਕਹਿੰਦੇ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਤੇਰੇ ਨਾਮ ਦੀ ਬੂੰਦ ਦਾ ਜਿਹੜਾ ਆਨੰਦ ਹੈ ਉਹਦੇ ਬਰਾਬਰ ਸੰਸਾਰ ਦਾ ਕੋਈ ਵੀ ਸਵਾਦ ਨਹੀਂ ਹੈ। ਤੁਹਾਡੇ ਵਿਸ਼ੇ ਵਿਕਾਰਾਂ ਦੇ ਜਿਹੜੇ ਆਨੰਦ ਹਨ, ਜਿਨ੍ਹਾਂ ਨੂੰ ਤੁਸੀਂ ਆਨੰਦ ਕਹਿੰਦੇ ਹੋ, ਬਾਬਾ ਜੀ ਨੂੰ ਲਿਖਣਾ ਪਿਆ ਕਿਉਂਕਿ ਅਸੀਂ ਉਹਨੂੰ ਆਨੰਦ ਕਹਿ ਰਹੇ ਹਾਂ। ਅਸਲ ਦੇ ਵਿੱਚ ਉਹ ਆਨੰਦ ਨਹੀਂ ਹੈ, ਉਹ ਸੁੱਖ ਤੇ ਦੁੱਖ ਹੈ। ਛਿੰਨ ਮਾਤਰ ਹਨ, ਛਿੰਨ ਭੰਗਰ ਹਨ, ਥੋੜ੍ਹੇ ਚਿਰ ਵਿੱਚ ਆਉਂਦੇ ਹੈ ਤੇ ਥੋੜ੍ਹੇ ਚਿਰ ਬਾਅਦੋਂ ਚਲੇ ਜਾਂਦੇ ਹੈ। ਜਬ ਕਛ ਪਾਵੇ ਤਬ ਗਰਭ ਕਰਤਾ, ਫੁੱਲਿਆ ਨਹੀਂ ਸਮਾਉਂਦਾ, ਮਾਇਆ ਗਈ ਤਬ ਰੋਵਣ ਲਗਤ ਹੈ। ਤੇ ਜਦੋਂ ਚਲੀ ਜਾਂਦੀ ਹੈ ਫਿਰ ਰੋਂਦਾ ਨਹੀਂ ਝੱਲੀਦਾ। ਵੇਖੋ ਵੇਖੋ ਮਾਟੀ ਕਾ ਪੁੱਤਰਾ ਕੈਸੇ ਨੱਚਦਾ ਹੈ। ਇਹ ਮਿੱਟੀ ਦਾ ਪੁੱਤਰਾ ਸਰੀਰ ਸਾਡਾ ਕਿਵੇਂ ਨੱਚਦਾ ਫਿਰਦਾ। ਮੇਰੇ ਪ੍ਰੀਤਮ ਜੀ ਕਹਿੰਦੇ ਆਓ ਉਸ ਆਨੰਦ ਨੂੰ ਜਾਣੀਏ ਜਿਹਦਾ ਇੱਕ ਕਿਣਕਾ ਮਾਤਰ ਵੀ ਜੇ ਕਿਤੇ ਮਿਲ ਜਾਵੇ। ਕਿਣਕਾ ਏਕ ਜੇ ਜੀ ਵਸਾਵੇ, ਤਾਂ ਕਿ ਮਹਿਮਾ ਗਣੀ ਨਾ ਆਵੇ। ਕਾਂਖੀ ਮੈਂ ਇੱਛਾਵਾਨ ਹਾਂ, ਪ੍ਰਬਲ ਇੱਛਾ। ਜਿੰਨਾ ਚਿਰ ਸਾਡੇ ਅੰਦਰ ਤੀਵਰ ਇੱਛਾ ਨਹੀਂ ਪੈਦਾ ਹੁੰਦੀ ਉਹਨੂੰ ਮਿਲਣ ਦੀ, ਕੋਈ ਸੰਸਾਰ ਦਾ ਕੋਈ ਵੀ ਕੰਮ ਪ੍ਰਾਪਤ ਕਰਨਾ ਹੈ
कोई वस्तु प्राप्त करनी है, बच्चे ने कि बाहर जाने वास्ते बैंड प्राप्त करने आ, तो ਉਹਦੇ अंदर तीव्र इच्छा जदों पैदा होगी नंबर प्राप्त करने आ। जिन्ना चिर तीव्र इच्छा नहीं पैदा होंदी कोई भी वस्तु प्राप्त नहीं होंदी। परमेश्वर नूं पाउण दी भी तीव्र इच्छा जनून पैदा हो जाए तां किते रब की प्राप्ति होंदी है। जिन्हां ने अंदर जनून पैदा किया उन्होंने पाउण दा लभ लैंदे ने काफर होके खोजी अंत टिकाणा। वो काफर होके भी उस परमेश्वर नूं लभ लैंदे हन। इस करके वो आनंद जे किते सानों आ जावे, सो आनंद को उदद अपारा, इसमें वृत्ति टिकी एक सारा। वो आनंद दा सागर परमेश्वर है। सानू तो एक बूंद ही मिल जे बहुत आ, एक बूंद ही साडा पार उतारा कर दूगी। ਉਹ ਆਨੰਦ ਦਾ ਸਾਗਰ ਪਰਮੇਸ਼ਰ ਜਿਸ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਧਿਆਨ ਲਾਇਆ, ਨਿਜ ਸਰੂਪ ਨਾਲ ਜੁੜੇ ਹਨ, ਬਿਰਤੀ ਉਹਦੇ ਵਿੱਚ ਟਿਕਾਈ ਹੈ। ਜੋ ਮਾਨਵ ਅਗਿਆਨ ਬਿਨਾਸ਼ੇ, ਪਾਏ ਕਿਰਪਾ ਸਮਝੈ ਗੁਰ ਆਸ਼ੇ। ਜਿੱਦੇ ਉਹ ਆਨੰਦ ਆ ਗਿਆ ਤੁਹਾਨੂੰ ਗਿਆਨ ਵੀ ਹੋ ਜਾਊਗਾ। ਉਹਦੇ ਵਿੱਚ ਬੜੀ ਤਾਕਤ ਹੈ। ਜਿੱਦੇ ਉਹ ਕਿਣਕਾ ਸਾਨੂੰ ਮਿਲ ਗਿਆ ਨਾ ਅੰਦਰ, ਸਾਡੀਆਂ ਬਿਮਾਰੀਆਂ ਖਤਮ ਹੋ ਜਾਣਗੀਆਂ। उस अमर की बूंद विच ये पावर है। जे साडे अंदर किते वो मिल गई ना, अंदरों ही डिगदी आ, दिमाग चों ही डिगदी आ, साडे दिमाग च ही बनदी आ। प्रीतम ने बाणी च लिखिया है कि बिंद्राबन दे विच उत्थों दा सीन प्राप्त करते हैं। आस पास घन तुलसी का बिरबा, आसे पासे तुलसी दे दरख्त हैं, बीच बना रस गाऊं रे, ਉਹਦੇ ਵਿਚਾਲੇ ਇੱਕ ਰਸ ਦਾ ਪਿੰਡ ਹੈ, ਉੱਥੇ ਰੱਖੀ ਆ ਅੰਮ੍ਰਿਤ ਦੀ ਬੂੰਦ, ਤੇ ਉਹ ਉੱਤੋਂ ਡਿੱਗਣੀ ਆ ਸਾਡੇ ਸੰਘ ਦੇ ਵਿੱਚੋਂ, ਕਾਂ ਦੇ ਵਿੱਚੋਂ ਹੁੰਦੀ ਹੋਈ ਜੀਭ ਤੇ ਆਉਣੀ ਆ ਤੇ ਹਿਰਦੇ ਵਿੱਚ ਜਾਣੀ ਆ। ਤੇ ਜਿੱਦੇ ਉਹ ਬੂੰਦ ਉੱਤੋਂ ਸਾਡੇ ਸੰਘ ਚੋਂ ਹੁੰਦੀ ਹੋਈ ਥੱਲੇ ਆ ਗਈ ਨਾ, ਇਹਦੇ ਵਿੱਚ ਗਿਆਨ ਵੀ ਪੈਦਾ ਹੋ ਜੂ, ਇਹਦੇ ਦੁੱਖ ਵੀ ਦੂਰ ਹੋ ਜਾਣਗੇ, ਇਹਦੇ ਸਾਰੇ ਜਿਹੜੇ ਅੰਦਰਲੇ ਇੰਸਟਰੂਮੈਂਟ ਆ, ਜਿੰਨੇ ਵੀ ਅੰਗ ਹੈ, ਇਹ ਸਾਰੇ ਆਟੋਮੈਟਿਕ ਸਿੱਧੇ ਹੋ ਜਾਣਗੇ। ਸੱਤੇ ਚੱਕਰ ਸਿੱਧੇ ਹੋ ਜਾਣਗੇ ਆਟੋਮੈਟਿਕ, ਜਿਹੜੇ ਹੁਣ ਪੁੱਠੇ ਹੋਏ ਵੇ ਆ। ਇਹ ਸਾਡਾ ਮਨ ਜਿਹੜਾ 6 ਚੱਕਰਾਂ 'ਚ ਫਸਿਆ ਹੋਇਆ ਹੈ। ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੈ, ਲੋਭੀ ਜੀੜਾ ਥਿਰ ਨਾ ਰਹੇ ਤੈ ਚਾਰੇ ਕੁੰਡਾਂ ਭਾਲੈ। ਇਹ ਜਿਹੜਾ ਭਟਕਣਾ ਨਾ, ਇਹ ਭਟਕਣਾ ਵੀ ਖਤਮ ਹੋ ਜੂ। ਉਹ 6 ਚੱਕਰ ਸਿੱਧੇ ਹੋ ਜਾਣਗੇ, 6 ਕਮਲ ਦੇ ਫੁੱਲ ਸਿੱਧੇ ਹੋ ਜਾਣਗੇ। ਜਿੱਦੀ ਉਹ ਬੂੰਦ ਮਿਲ ਗਈ, ਮਿਲਣੀ ਅੰਦਰੋਂ ਹੈ ਤੇ ਮਿਲਣੀ ਸਿਮਰਨ ਕਰਕੇ ਹੈ। ਅੱਜ ਤਾਂ ਪਰ ਹਰੇਕ ਨੂੰ ਮਿਲ ਜੇ। ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੇ, ਨਾਨਕ ਅੰਮ੍ਰਿਤ ਮਨੈ ਮਾਹੇ, ਪਾਈਆ ਗੁਰ ਪ੍ਰਸਾਦ। ਮੇਰੇ ਪ੍ਰੀਤਮ ਜੀ ਕਹਿੰਦੇ ਜੋ ਮਾਨਵ ਅਗਿਆਨ ਵਿਨਾਸ਼ੈ, ਜੇ ਉਹ ਬੂੰਦ ਕਿਤੇ ਸਾਨੂੰ ਮਿਲ ਜਾਵੇ, ਜੇ ਉਸ ਆਨੰਦ ਦੀ ਇਹ ਕਿਣਕਾ ਮਾਤਰ ਮਿਲ ਜਾਵੇ, ਤੇ ਸਾਡੀ ਅਗਿਆਨਤਾ ਦਾ ਖਾਤਮਾ ਹੋ ਸਕਦਾ, ਸਾਡੇ ਅੰਦਰ ਗਿਆਨ ਪੈਦਾ ਹੋ ਸਕਦਾ। ਤਾਂ ਮਹਾਂਪੁਰਸ਼ ਹੋਏ, ਬ੍ਰਹਮ ਗਿਆਨੀ ਹੋਏ, ਭਗਤ ਰਵਿਦਾਸ ਜੀ ਹੋਏ, ਕਬੀਰ ਸਾਹਿਬ ਜੀ ਹੋਏ, ਕਿਹੜੇ ਕਾਲਜਾਂ ਸਕੂਲਾਂ 'ਚ ਪੜ੍ਹੇ ਸੀਗੇ, ਜਿਨ੍ਹਾਂ ਦੇ ਅੰਦਰ ਇੰਨਾ ਗਿਆਨ ਪੈਦਾ ਹੋ ਗਿਆ। ਇਹਨਾਂ ਨੇ ਸਿਮਰਨ ਕੀਤਾ ਹੈ, ਸਿਮਰਨ ਕਰਕੇ ਅੰਦਰੋਂ ਗਿਆਨ ਪੈਦਾ ਹੋ ਗਿਆ ਕਿ ਉਹਨਾਂ ਨੇ ਇਹੋ ਜਿਹੀਆਂ ਗੱਲਾਂ ਲਿਖਤੀਆਂ ਜਿਹੜੀਆਂ ਅੱਜ ਸਾਇੰਸਦਾਨਾਂ ਨੂੰ ਵੀ ਨਹੀਂ ਪਤਾ। ਕਹੋ ਸਤਨਾਮ ਸ੍ਰੀ। ਤਾਂ ਉਹਨੇ ਕਿੱਥੋਂ ਪ੍ਰਾਪਤ ਕੀਤੀਆਂ? ਅੰਦਰੋਂ ਹੀ। ਇਹਨੂੰ ਕਹਿੰਦੇ ਆ ਬ੍ਰਹਮ ਗਿਆਨ। ਤੇ ਜਿਹੜਾ ਸਾਇੰਸ ਦਾ ਗਿਆਨ ਹੈ ਇਹਨੂੰ ਵਿਗਿਆਨ ਕਹਿੰਦੇ ਆ। ਇਹ ਵਿਗਿਆਨ ਤਾਂ ਬ੍ਰਹਮ ਗਿਆਨ ਦਾ ਪੋਤਰਾ ਪੜਪੋਤਰਾ ਹੈ ਗਾਹਾਂ ਕਿਤੇ। ਇਹ ਤਾਂ ਬਾਅਦ ਦੀ ਗੱਲ ਹੈ। ਜਿਹੜਾ ਬ੍ਰਹਮ ਗਿਆਨ ਹੋਣਾ ਉਹ ਬੂੰਦ ਮਿਲਣ ਤੋਂ ਬਾਅਦ, ਗੁਰੂ ਪਿਆਰਿਓ, ਪਾਤਸ਼ਾਹ ਕਹਿੰਦੇ ਮਨੁੱਖ ਦੀ ਅਗਿਆਨਤਾ ਖਤਮ ਕਰ ਸਕਦਾ ਹੈ। ਸੋ ਮਾਨਵ, ਜੋ ਮਾਨਵ ਅਗਿਆਨ ਵਿਨਾਸ਼ੈ, ਪਾਏ ਕਿਰਪਾ ਸਮਝੈ ਗੁਰ ਆਸ਼ੈ। ਉਹਦੀ ਸਮਝ ਆਉਣੀ ਹੈ ਗੁਰੂ ਦੀ ਕਿਰਪਾ ਨਾਲ, ਐਵੇਂ ਨਹੀਂ ਆਉਣੀਗੀ। ਆਪਾਂ ਕਿੱਦਣ ਦੇ ਆਪਾਂ ਸਾਰੇ ਵਿਚਾਰਾਂ ਕਰ ਰਹੇ ਹਾਂ, ਕਥਾ ਕਰ ਰਹੇ ਹਾਂ, ਸੁਬਹ ਸ਼ਾਮ ਹੁੰਦੀ ਹੈ, ਸਾਰੇ ਥਾਵਾਂ 'ਤੇ ਹੁੰਦੀ ਹੈ, ਪਰ ਬਿਰਲੀਆਂ ਬਿਰਲੀਆਂ 'ਤੇ ਉਹ ਕਿਰਪਾ ਹੁੰਦੀ ਹੈ ਜਿਹੜੀ ਭਾਈ ਕਨ੍ਹਈਏ 'ਤੇ ਹੋਈ। ਹੁਣ ਭਾਈ ਕਨ੍ਹਈਆ ਜਲ ਛਕਾਉਂਦਾ ਹੈ ਤੇ ਮੇਰੇ ਵਰਗੇ ਸ਼ਿਕਾਇਤੀ ਸ਼ਿਕਾਇਤਾਂ ਲਾਉਂਦੀ ਆ। ਮਹਾਰਾਜ ਦੇਖੋ ਕਨ੍ਹਈਆ ਮੁਸਲਮਾਨਾਂ ਨੂੰ ਖੜੇ ਕਰ ਦਿੰਦਾ ਪਾਣੀ ਪਿਆ ਕੇ, ਅਸੀਂ ਮਾਰ ਕੇ ਸਿੱਟਦੇ ਹਾਂ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਭਾਈ ਕਨ੍ਹਈਆ ਤੇਰੀ ਡਿਊਟੀ ਲਾਈ ਸੀ ਪਾਣੀ ਪਿਆਉਣ ਦੀ। ਹਾਂ ਮਹਾਰਾਜ ਕਰਦਾ ਸੇਵਾ। ਤੇ ਮੈਨੂੰ ਪਤਾ ਲੱਗਿਆ ਦੁਸ਼ਮਣ ਨੂੰ ਪਾਣੀ ਪਿਆਈ ਜਾਂਦਾ। ਕਹਿੰਦਾ ਜੀ ਕਿਹੜਾ ਦੁਸ਼ਮਣ ਹੈ ਇੱਥੇ? ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਆਇਆ। ਫਿਰ ਤੂੰ ਕਿਹਨੂੰ ਪਿਆਉਣਾ ਹੈ? ਕਹਿੰਦਾ ਮੈਨੂੰ ਤਾਂ ਇਉਂ ਲੱਗਦਾ ਜਿਵੇਂ ਤੁਹਾਡਾ ਬੁੱਕ ਹੁੰਦਾ, ਮੈਂ ਤਾਂ ਤੁਹਾਨੂੰ ਹੀ ਪਾਣੀ ਪਿਆਉਣਾ। ਉਹਨਾਂ ਨੂੰ ਹਰ ਥਾਂ 'ਤੇ ਗੁਰੂ ਸਾਹਿਬ ਵੀ ਦਿਖਾਈ ਦਿੰਦੇ ਆ ਤੇ ਗੁਰੂ ਸਾਹਿਬ ਵੀ ਸਮਝਦੇ ਆ ਇਸ ਗੱਲ ਨੂੰ। ਮਾਸਟਰ ਹੈ ਸਾਡੇ,
ਉਹਨਾਂ ਦਾ ਬੱਚਾ ਚੌਥੀ ਕਲਾਸ ਵਿੱਚ ਪਹੁੰਚਿਆ, ਮਾਸਟਰ ਨੂੰ ਖੁਸ਼ੀ ਨਹੀਂ ਹੋਊਗੀ? ਕਹੋ ਸਤਨਾਮ। ਚੌਥੀ ਪਦਵੀ ਪ੍ਰਾਪਤ ਕੀਤੀ ਹੈ। ਜਿਹੜਾ ਕਿ ਤੁਰੀਆ ਗੁਣ ਹੈ, ਜਾਗਤ ਸੁਪਨ ਸੁਖੋਪਤੀ ਤੁਰੀਆ, ਸੰਸਾਰ 3 ਗੁਣਾਂ ਵਿੱਚ ਰਹਿੰਦਾ ਹੈ। ਹੁਣ ਆਪਾਂ ਜਾਗਤ ਵਿੱਚ ਬੈਠੇ ਹਾਂ, ਰਾਤ ਨੂੰ ਸੌਂ ਜਾਵਾਂਗੇ। ਸੁਖੋਪਤੀ ਉਹ ਅਵਸਥਾ ਹੈ ਜੋ ਤੜਕੇ ਉੱਠ ਕੇ ਕਹਿੰਦੇ ਆ ਯਾਰ ਅੱਜ ਇੰਨੀ ਨੀਂਦ ਆਈ, ਪਤਾ ਹੀ ਨਹੀਂ ਕਿੱਥੇ ਪਏ ਸੀ, ਅਗਿਆਨਤਾ। ਤੇ ਤੁਰੀਆ ਅਵਸਥਾ, ਜਾਗਦੇ ਵੀ ਸੁੱਤੇ ਆ ਤੇ ਸੁੱਤੇ ਵੀ ਜਾਗਦੇ ਆ। ਦੁਨੀਆ ਕੀ ਜਾਣੇ ਸੰਤ ਸੁੱਤੇ ਆ ਕਿ ਜਾਗਦੇ, ਜਿਨ੍ਹਾਂ ਦੀ ਲਿਵ ਲੱਗੀ ਆ ਉਹਦੇ ਨਾਲ, ਉਹ ਸੁੱਤੇ ਹੋਏ ਵੀ ਆਰਾਮ 'ਚ ਹੈ ਤੇ ਆਰਾਮ ਦੇ ਵਿੱਚ ਵੀ ਉਹ ਜਾਗਦੇ ਆ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਆਓ ਉਸ ਪਰਮੇਸ਼ਰ ਨਾਲ ਜੁੜੀਏ। ਜੇ ਕਿਤੇ ਤੁਹਾਨੂੰ ਉਹ ਕਿਣਕਾ ਮਿਲ ਜਾਵੇ ਤਾਂ ਬਿਰਤੀ ਸਥੂਲ ਤੇ ਲੀਨ ਹਟਾਏ, ਸੂਖਮ ਕੇ ਵਿਚਾਰ ਮਨ ਲਾਏ। ਹਾਂ, ਸਥੂਲ ਤੋਂ ਬਿਰਤੀ ਮੋੜੋ, ਸੰਸਾਰ ਦੇ ਵੱਲੋਂ ਅੱਖਾਂ ਨੂੰ ਮੋੜ ਕੇ, ਕੰਨਾਂ ਨੂੰ ਮੋੜ ਕੇ ਆਪਣੇ ਅੰਦਰ ਲੈ ਜਾਓ। ਨੌਵੀਂ ਨਵੇਂ ਦੁਆਰ ਕੋ ਸਾਰ, ਕਬੀਰ ਸਾਹਿਬ ਜੀ ਕਹਿੰਦੇ 9 ਦੁਆਰਿਆਂ ਨੂੰ ਸੁਧਾਰ। ਬਾਬਾ ਫਰੀਦ ਜੀ ਕਹਿੰਦੇ ਟਾਕ ਮੁਕੁੰਜੜੀਆ ਮਨੋ ਮਚਿੰਦੜੀਆ। ਟਾਕੀਆਂ, ਇਹ 2 ਟਾਕੀਆਂ ਕੰਨ, 2 ਟਾਕੀਆਂ ਅੱਖਾਂ, 1 ਟਾਕੀ ਸਾਡਾ ਮੂੰਹ। ਕਹਿੰਦੇ ਇਹਨਾਂ ਟਾਕੀਆਂ ਨੂੰ ਕੁੰਜੀ ਲਾ, ਭਾਵ ਅੰਦਰੋਂ ਬੰਦ ਕਰ, ਕੁੰਡੀਆਂ ਲਾ, ਅੰਦਰ ਜਾ ਆਪਦੇ, ਬਾਹਰ ਨਹੀਂ ਨਿਕਲਣਾ। ਕਹੋ ਸਤਨਾਮ। ਨਾ ਕੰਨਾਂ ਨਾਲ ਬਾਹਰੋਂ ਕੋਈ ਸੁਣਨਾ, ਨਾ ਅੱਖਾਂ ਨਾਲ ਬਾਹਰ ਦੇਖਣਾ, ਨਾ ਜੀਭ ਦੇ ਸਵਾਦਾਂ ਵੱਲ ਜਾਣਾ, ਅੰਦਰ ਜਾ। ਟਾਕਮ ਕੁੰਜੜੀਆ ਹੈ, ਟਾਕੀਆਂ ਬੰਦ ਕਰ। ਮਨੋ ਮਚਿੰਦੜੀਆ, ਜਿਨ੍ਹਾਂ ਵਿੱਚੋਂ ਮਨ ਬਾਹਰ ਭੱਜਦਾ, ਇਹਨਾਂ ਨੂੰ ਅੰਦਰ ਲੈ ਕੇ ਜਾ ਮੋੜ ਕੇ, ਫਿਰ ਗੱਲ ਬਣ ਜਾਣੀ ਆ। ਪ੍ਰੀਤਮ ਜੀ ਕਹਿੰਦੇ ਬਿਰਤੀ ਸਥੂਲ ਤੇ ਲੀਨ ਹਟਾਏ। ਇਹ ਸੰਸਾਰ ਵੱਲੋਂ ਬਿਰਤੀ ਮੋੜ ਕੇ ਅੰਦਰ ਲੈ ਜਾਓ। ਤੇ ਸਮੇਂ ਬਿਰਤੀ ਸੂਖਮ ਕੇ ਵਿਚਾਰ ਮਨ ਲਾਏ, ਤੇ ਉਹ ਸੂਖਮ ਦੇ ਬਾਰੇ ਫੀਲਿੰਗ ਸ਼ੁਰੂ ਕਰੋ। ਵਿਚਾਰ ਮਤਲਬ ਅੰਦਰੇ ਅੰਦਰ ਆਪਦੇ ਵਿਚਾਰ ਆਪ ਹੀ ਜਾਣਨਾ ਸ਼ੁਰੂ ਕਰੋ। ਤੁਸੀਂ ਜਦੋਂ ਇੰਨੇ ਸੂਖਮ ਹੋ ਗਏ ਨਾ, ਤੁਹਾਨੂੰ ਚੱਲਦੇ ਸਵਾਸ ਦੀ ਆਵਾਜ਼ ਵੀ ਸੁਣਾਈ ਦੇਣ ਲੱਗ ਜਾਊਗੀ। ਕਹੋ ਸਤਨਾਮ ਸੀ। ਹੁਣ ਤਾਂ ਸਾਨੂੰ ਸੁਣਦੀ ਨਹੀਂ ਨਾ ਮੋਟੀ ਆਵਾਜ਼ ਵੀ, ਜਿਹੜਾ ਤੁਹਾਡਾ ਸਵਾਸ ਅੰਦਰ ਜਾ ਰਿਹਾ ਨਾਸਿਕਾ ਰਾਹੀਂ। ਤੁਸੀਂ ਜਦੋਂ ਇਸ 'ਤੇ ਧਿਆਨ ਲਾ ਕੇ ਇਸ ਨੂੰ ਬੜੇ ਸੂਖਮ ਹੋ ਕੇ ਵੇਖਣਾ ਸ਼ੁਰੂ ਕਰੋਗੇ, ਤੇ ਤੁਹਾਨੂੰ ਇਹਦਾ ਆਉਂਦੇ ਜਾਂਦੇ ਦਾ ਸਰੂਪ ਵੀ ਦਿਸਣ ਲੱਗ ਜਾਊਗਾ, ਇਹਦੀ ਆਵਾਜ਼ ਵੀ ਸੁਣਾਈ ਦੇ ਜੂ। ਇੰਨਾ ਸੂਖਮ ਹੋ ਜਗੀ ਆਪਾਂ। ਸੂਖਮ ਨੂੰ ਸੂਖਮ ਹੋ ਕੇ ਜਾਣਿਆ ਜਾ ਸਕਦਾ ਹੈ। ਮੇਰੇ ਪ੍ਰੀਤਮ ਜੀ ਕਹਿੰਦੇ ਰੱਜੂ ਰਜੂ ਸਰਬ ਜਗਤ ਕੋ ਜਾਣਾ, ਸਤ ਸਰੂਪ ਆਪਨੋ ਮਾਨਾ। ਇਹ ਸੰਸਾਰ ਜਿਹੜਾ ਹੈ ਰੱਜੂ, ਰੱਜੂ ਕਹਿੰਦੀ ਹੈ ਰੱਸੀ, ਇਹ ਰੱਸੀ ਤੋਂ ਬਣਿਆ ਸੱਪ ਹੈ। ਰੱਸੀ ਤੋਂ ਬਣਿਆ ਸੱਪ ਮਤਲਬ ਮੂੰਹ ਸੋਧਲਾ ਹਨੇਰਾ ਹੋਵੇ, ਤੇ ਉਸ ਹਨੇਰੇ ਦੇ ਵਿੱਚ ਅਸੀਂ ਤੁਰੇ ਜਾ ਰਹੇ ਹਾਂ। ਥੋੜਾ ਥੱਲੇ ਚਾਨਣ ਹੈ, ਥੋੜਾ ਗਿਆਨ ਹੈ, ਥੋੜੀ ਅਗਿਆਨਤਾ ਹੈ, ਥੋੜਾ ਚਾਨਣ ਹੈ, ਥੋੜਾ ਹਨੇਰਾ। ਅਸੀਂ ਰੱਸੀ ਨੂੰ ਵੇਖ ਕੇ ਇੱਕਦਮ ਤਰਵ ਕੇ ਡਰੇ, ਓਏ ਸੱਪ। ਇੰਨਾ ਕਹਿੰਦਿਆਂ ਹੀ ਸਾਡੇ ਅੰਦਰ ਇੱਕਦਮ ਧੜਕਣ ਵੱਧ ਗਈ, ਤੇਜ਼ ਹੋ ਗਈ ਧੜਕਣ, ਡਰ ਗਏ ਅਸੀਂ। ਤੇ ਜਦੋਂ ਅਸੀਂ ਪੂਰਾ ਚਾਨਣ ਕੀਤਾ, ਉੱਥੇ ਬੈਟਰੀ ਮਾਰੀ, ਦੀਵਾ ਜਗਾਇਆ, ਫਿਰ ਆਪ ਹੀ ਡਰਨਾ ਹਟ ਗਿਆ। ਕਹਿੰਦਾ ਜਿਆ ਯਾਰ ਉਹੀ ਡਰ ਗਏ ਤਾਂ ਰੱਸੀ ਸੀ। ਇਹ ਦੁਨੀਆ ਰੱਸੀ ਤੋਂ ਬਣੇ ਸੱਪ ਵਰਗੀ ਆ। ਕਹੋ ਸਤਨਾਮ ਸੀ। ਡੱਡਾ ਡਰ ਉਪਜਿਆ ਡਰ ਜਾਈ, ਡਰੀਏ ਜੇ ਡਰ ਹੋਵੇ ਹੋਰ, ਡਰਦਾ ਡਰਨਾ ਮਨ ਕਾ ਸੋਰ। ਇਸ ਕਰਕੇ ਡਰ ਅੰਦਰੋਂ ਹੀ ਪੈਦਾ ਹੁੰਦਾ, ਜਿੱਦੇ ਗਿਆਨ ਹੋ ਗਿਆ ਡਰ ਖਤਮ ਹੋ ਜਾਊਗਾ। ਕਹੋ ਸਤਨਾਮ ਸੀ। ਡਰ ਆਪੇ ਹੀ ਪੈਦਾ ਕੀਤਾ ਨਾ। ਤੇ ਬਾਬਾ ਜੀ ਕਹਿੰਦੇ ਸੰਸਾਰ ਜਿਹੜਾ ਹੈ ਰੱਸੀ ਤੋਂ ਬਣੇ ਸੱਪ ਵਰਗਾ ਸਮਝ ਲਓ, ਤੇ ਸਤ ਸਰੂਪ ਆਪਣੋ ਮਾਨਾ। ਤੁਸੀਂ ਆਪਣੇ ਆਪੇ ਦੀ ਖੋਜ ਕਰੋ, ਤੁਸੀਂ ਹੀ ਰੱਬ ਹੋ, ਤੁਸੀਂ ਸਾਰੇ ਹੀ ਰੱਬ ਹੋ। ਇਹ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਰੱਬ ਨੂੰ ਲੱਭਣ ਵਾਸਤੇ ਦੂਜੇ ਦਾ ਧਿਆਨ ਧਰਨ ਦੀ ਲੋੜ ਨਹੀਂ, ਕਿਸੇ ਮੂਰਤੀ ਨਾਲ ਜੁੜਨ ਦੀ ਲੋੜ ਨਹੀਂ, ਕਿਸੇ ਪੱਥਰ ਨਾਲ ਜੁੜਨ ਦੀ ਲੋੜ ਨਹੀਂ, ਕਿਸੇ ਦੂਜੇ ਬੰਦੇ ਦਾ ਧਿਆਨ ਧਰਨ ਦੀ ਲੋੜ ਨਹੀਂ। 10ਵੇਂ ਪ੍ਰੀਤਮ ਜੀ ਵੀ ਕਹਿੰਦੇ ਸਾਡੀਆਂ ਫੋਟੋਆਂ ਨਹੀਂ ਬਣਾਉਣੀਆਂ, ਸਾਡੀ ਗੱਲ ਮੰਨੋ ਜਿਹੜੀ ਗੁਰਬਾਣੀ ਵਿੱਚ ਦਿੱਤੀ ਹੈ ਤੁਹਾਨੂੰ। ਕਹੋ ਸਤਨਾਮ ਸੀ। ਸਾਡਾ ਬਚਨ ਮੰਨੋ, ਸਾਡੀ ਮੂਰਤੀ ਪੂਜਾ ਕਰਨ ਦੀ ਲੋੜ ਨਹੀਂ। ਇਸੇ ਕਰਕੇ ਸਿੱਖ ਪੰਥ ਹੀ ਇੱਕ ਐਸਾ ਪੰਥ ਹੈ ਜਿਹਦੇ ਵਿੱਚ ਮੂਰਤੀ ਪੂਜਾ ਨਹੀਂ। ਹਿੰਦੂ ਮਤ ਵਿੱਚ ਮੂਰਤੀ ਪੂਜਾ ਹੈ, ਮੁਸਲਮਾਨ ਮਤ ਵਿੱਚ ਕਬਰਾਂ ਦੀ ਪੂਜਾ ਹੈ। ਪਰ ਇੱਥੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸੇਹਰ ਮੇਲਾ ਦਸਤਗੀਰੀ ਨਾਹੇ। ਖੈਰ ਵਿਚਾਰਾਂ ਇੱਥੇ ਰੋਕਦੇ ਹਾਂ। ਪਾਤਸ਼ਾਹ ਜੀ ਕਹਿੰਦੇ ਸੰਸਾਰ ਜਿਹੜਾ ਹੈ
ਰੱਸੀ ਤੋਂ ਬਣੇ ਸੱਪ ਵਰਗਾ ਹੈ। ਇਹਦਾ ਧਿਆਨ ਛੱਡ ਕੇ ਆਪਣਾ ਧਿਆਨ ਧਰਿਆ ਕਰੋ। ਬਾਲਕ ਤਰਨ ਬ੍ਰਿੰਦ ਨਹਿ ਹੋਗਾ, ਜਨਮੈ ਨਹੀਂ ਮਰਨ ਨਹਿ ਜੋਗਾ। ਉਹ ਰੱਬ ਜਿਹੜਾ ਹੈ ਨਾ ਬੱਚਾ ਹੈ, ਨਾ ਬੁੱਢਾ ਹੈ, ਨਾ ਜਵਾਨ ਹੈ, ਨਾ ਉਹਨੂੰ ਕੋਈ ਜੰਮਣਾ ਮਰਨਾ, ਉਹ ਤੂੰ ਹੀ ਹੈ। ਦੇਹਾਦਿਕ ਹੰਤਾ ਨਿਰਵਾਰ, ਸੋ ਸਰੂਪ ਜਾਣਿਓ ਨਿਰਤਾਰ। ਸਰੀਰ ਦਾ ਹੰਕਾਰ ਤਿਆਗ ਕੇ ਦੇਹ ਆਦਿਕ ਹੰਤਾ, ਸਰੀਰ ਦਾ ਹੰਕਾਰ ਤਿਆਗ ਕੇ ਸਵੈ ਸਰੂਪ ਨੂੰ ਜਾਣਨਾ ਕਰੀਏ। ਇਹ ਸਵੈ ਸਰੂਪ ਦੀ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੁਣ ਵਿਚਾਰਾਂ ਇੱਥੇ ਰੋਕਣ ਦੀ ਆਗਿਆ ਬਖਸ਼ੋ। ਸਮਾਂ ਸਮਾਪਤੀ ਹੈ। ਗੁਰੂ ਕਿਰਪਾ ਕਰਨ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਆਖਰੀ ਪੰਕਤੀਆਂ ਪੜ੍ਹੀਏ। ਬਾਲਕ ਤਰਨ ਬ੍ਰਿੰਦ ਨਹਿ ਹੋਗਾ, ਜਨਮੈ ਨਹੀਂ ਮਰਨ ਨਹਿ ਜੋਗਾ। ਦੇਹਾਦਿਕ ਹੰਤਾ ਨਿਰਵਾਰ, ਸੋ ਸਰੂਪ ਜਾਣਿਓ ਨਿਰਤਾਰ। ਹੇ ਅਚੁਤ ਹੈ ਪਾਰ ਬ੍ਰਹਮ ਅਗਨਾਸ, ਹੈ ਪੂਰਨ ਹੈ ਸਰਬ ਮੈਂ। ਪੰਜਨ ਗੁਣਤਾ ਹੇ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ। ਹੇ ਗੋਬਿੰਦ ਹੈ ਗੁਣ ਨਿਧਾਨ, ਹੇ ਅਪਰੰਪਰ ਹਰ ਹਰੇ। ਹੇ ਸੰਤ ਕੈ ਸਦਾ ਸੰਗ, ਹੇ ਠਾਕੁਰ ਹਉ ਦਾਸਰੋ। ਨਾਨਕ ਦੀਜੈ ਨਾਮ ਦਾਨ, ਆਏ ਪ੍ਰਭ ਸ਼ਰਨਾਗਤੀ। ਏਕ ਅੱਖਰ ਹਰ ਮਨ ਬਸਤ, ਏਕ ਓੰਕਾਰ ਸਤਿਗੁਰੂ। ਵਾਹਿਗੁਰੂ ਜੀ ਕੀ ਫਤਿਹ ਹੈ। ਵਾਹਿਗੁਰੂ ਜੀ ਕੀ ਫਤਿਹ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।